Like the video, subscribe to the channel and press the bell icon for latest video updates. ਦਰਸ਼ਕੋ ਈਡੀ ਨੇ ਕੈਪਟਨ ਸਰਕਾਰ ਦੇ ਕੁਝ ਮੰਤਰੀਆਂ ਤਾਂ ਕੁਝ ਐਮਐਲਏ ਤੇ ਸਕੰਜਾ ਕੱਸਣਾ ਸ਼ੁਰੂ ਕੀਤਾ ਹੈਗਾ। ਕੋਈ ਲੋਕੀ ਤਾਂ ਇਹਨੂੰ ਪੋਲੀਟੀਕਲ ਵੈਂਡੇਟਾ ਵੀ ਕਹਿੰਦੇ ਹੈਗੇ, ਪਰ ਫੈਕਟ ਕੀ ਹੈਗਾ ਇਹਦੇ ਵਿੱਚ ਅਸੀਂ ਡਿਟੇਲ ਵਿੱਚ ਗੱਲਬਾਤ ਕਰਾਂਗੇ। ਕਿਹੜੇ ਕਿਹੜੇ ਨੋਟ ਕੀਤੇ ਹੈਗੇ ਇਹਦੇ ਬਾਰੇ ਜਾਣਕਾਰੀ ਦੇਣ ਲਈ ਲੁਧਿਆਣੇ ਤੋਂ ਸਾਡੇ ਨਾਲ ਆਨਲਾਈਨ ਜੁੜੇ ਨੇ ਹਰੀਸ਼ ਰਾਏ ਟਾਂਡਾ ਜੀ, ਜੋ ਕਿ ਸਾਬਕਾ ਐਮਐਲਏ ਨੇ, ਬਹੁਤ ਵਧੀਆ ਸੁਲਝੇ ਹੋਏ ਸਿਆਸਤਦਾਨ ਨੇ, ਬੜੇ ਰਿਪਿਊਟਡ ਐਡਵੋਕੇਟ ਹੈਗੇ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਵੀ ਰਹਿ ਚੁੱਕੇ ਆ, ਮੌਜੂਦਾ ਤੌਰ ਤੇ ਮੈਂਬਰ ਵੀ ਹੈ। ਟਾਂਡਾ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ। ਥੈਂਕ ਯੂ ਪਰਸਾ। ਟਾਂਡਾ ਸਾਹਿਬ, ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ, ਇਹ ਪ੍ਰਾਈਮਰਲੀ ਤੁਸੀਂ ਮੈਨੂੰ ਦੱਸਿਆ ਹੈਗਾ ਦੋ ਮਸਲੇ। ਇੱਕ ਤਾਂ ਇਲੀਗਲ ਸ਼ਰਾਬ ਦਾ, ਜਿਹਦੇ ਵਿੱਚ ਦੋ ਮੰਤਰੀਆਂ ਤੇ 5 ਐਮਐਲਏ ਦੇ ਨਾਂ ਹੈਗੇ, ਤੇ 26 ਜਿਹੜੇ ਐਮਐਲਏ ਉਹ ਜਿਹੜੇ ਹੈਗੇ ਇਲੀਗਲ ਮਾਈਨਿੰਗ ਹੈਗਾ। ਪਹਿਲਾਂ ਸ਼ਰਾਬ ਵਾਲਾ ਮਸਲਾ ਦੱਸ ਦਿਓ, ਇਹ ਕੀ ਚੀਜ਼ ਹੈਗਾ, ਕਦੋਂ ਕਦਾ ਈਡੀ ਦੀ ਇਹਦੇ ਤੇ ਅੱਖ ਹੈਗੀ ਆ? ਕੋਈ ਇਹਦਾ ਜਿਹੜੇ ਖੇਤੀ ਕਾਨੂੰਨਾਂ ਨਾਲ ਵੀ ਲਿੰਕ ਹੈਗਾ ਕਿ ਜਾਂ ਇਹੋ ਨਾਰਮਲ ਤੌਰ ਤੇ ਕੇਸ ਚੱਲ ਰਹੇ ਸੀ? ਸਾਹਿਬ, ਇਹ ਖੇਤੀ ਕਾਨੂੰਨਾਂ ਨਾਲ ਕੋਈ ਤਾਲੁਕ ਨਹੀਂ ਹੈ, ਪਹਿਲਾਂ ਤਾਂ ਮੈਂ ਕਲੀਅਰ ਕਰਾਂ। ਠੀਕ ਹੈ ਜੀ। ਇਹ ਜਿੱਥੋਂ ਤੱਕ ਜਾਣਕਾਰੀ ਹੈ ਡਾਇਰੈਕਟ ਤਾਂ ਉਹਨਾਂ ਨੇ ਰਿਵੀਲ ਨਹੀਂ ਕੀਤੀ ਅੱਜ ਤੱਕ। ਹਾਂਜੀ। ਸੋ ਇਹ ਮਸਲਾ ਇਹ ਹੈ ਕਿ ਜਦ ਪੰਜਾਬ ਦੇ ਵਿੱਚ 150 ਬੰਦਿਆਂ ਦੀਆਂ ਮੌਤਾਂ ਹੋਈਆਂ, ਹਾਂਜੀ, ਉਹਨੇ ਪੰਜਾਬ ਨੂੰ ਤਾਂ ਛੱਡੋ, ਹਰ ਇਨਸਾਨ ਨੂੰ ਝੰਜੋੜ ਕੇ ਰੱਖ ਦਿੱਤਾ। ਜਦ ਇਨੋਸੈਂਟ 150 ਬੰਦੇ ਮਰ ਜਾਣ, ਹਾਂਜੀ, ਹਾਂਜੀ, ਤੇ ਇਲਿਸਿਟ ਸ਼ਰਾਬ ਦਾ ਮਸਲਾ ਚੱਲਦਾ ਹੋਵੇ ਤੇ ਸਰਕਾਰ ਸੀਰੀਅਸ ਨਾ ਹੋਵੇ, ਸਰਕਾਰ ਦਾ ਆਪਣਾ ਰੈਵਨਿਊ ਵੀ ਲਾਸ ਹੁੰਦਾ ਹੋਵੇ, ਇਹ ਸੀਰੀਅਸਨੈਸ ਨੂੰ ਦੇਖ ਕੇ ਜਿੰਨੀ ਕੁ ਜਾਣਕਾਰੀ ਮੈਨੂੰ ਪ੍ਰਾਪਤ ਹੋਈ ਹੈ, ਉਹਦੇ ਅਨੁਸਾਰ ਈਡੀ ਨੇ ਇਹਨਾਂ ਪਾਸੋਂ ਐਕਸਚੇਂਜ ਚ ਮੰਗੀਆਂ ਕਿ ਕਿੰਨੇ ਕੇਸ ਤੁਸੀਂ ਰਜਿਸਟਰ ਕੀਤੇ ਹੈ, ਕਿਹੜੀਆਂ ਡਿਸਟਿਲਰੀਜ਼ ਹੈ, ਕੌਣ ਚਲਾਉਂਦਾ, ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ। ਅੱਛਾ ਜੀ। ਕਿਉਂਕਿ ਆਖਰਕਾਰ ਤਾਂ ਇਲੀਗਲ ਇਨਕਮ ਹੁੰਦੀ ਹੈ ਨਾ, ਉਸ ਇਨਕਮ ਤੇ ਕੋਈ ਕਿਸੇ ਕਿਸਮ ਦਾ ਟੈਕਸ ਨਹੀਂ ਦਿੰਦਾ, ਤੇ ਜਦ ਇਹੋ ਜਿਹੀ ਇਨਕਮ ਹੁੰਦੀ ਹੈ ਤੇ ਉਹ ਇਲੀਗਲ ਪਰਪਸਿਸ ਲਈ ਯੂਜ਼ ਵੀ ਹੁੰਦੀ ਹੈ, ਇਹਦੇ ਚ ਕ੍ਰਿਮੀਨਲਸ ਦਾ ਨੈਕਸਸ ਹੋ ਜਾਂਦਾ ਹੈ। ਬਿਲਕੁਲ। ਪੰਜਾਬ ਸੈਂਸਿਟਿਵ ਸਟੇਟ ਹੈ, ਤੇ ਸੈਂਸਿਟਿਵ ਸਟੇਟ ਦੇ ਵਿੱਚ ਜੇ ਇਹੋ ਜਿਹਾ ਮਾਫੀਆ ਵਰਕ ਕਰਦਾ ਹੈ, ਇਲੀਗਲ ਸ਼ਰਾਬ ਬਣਦਾ ਹੈ, ਫਿਰ ਉਹਦੀ ਪੈਡਲਿੰਗ ਹੁੰਦੀ ਹੈ, ਉਹ ਲੋਕਾਂ ਕੋਲ ਪਹੁੰਚਦੀ ਹੈ, ਤੇ ਉਹਦੇ ਵਿੱਚ ਫਿਰ ਪੈਨੀਟ੍ਰੇਟ ਕ੍ਰਿਮੀਨਲਸ ਕਰਦੇ ਆ, ਜਾਂ ਕ੍ਰਿਮੀਨਲ ਪੈਨੀਟ੍ਰੇਟ ਕਰਦੇ ਆ, ਫਿਰ ਉਹਦੇ ਨਾਲ ਨੈਕਸਟ ਨੈਕਸਸ ਵੀ ਚੱਲ ਪੈਂਦਾ ਹੈ, ਈਜ਼ੀ ਮਨੀ ਦਾ, ਬਾਹਰੋਂ ਵੈਪਨ ਆਣੇ, ਬਾਹਰੋਂ ਚਿੱਟਾ ਆਣਾ, ਇਹ ਸਾਰਾ ਕੰਬਾਈਨਡ ਹੁੰਦਾ ਹੈ। ਰੋਜ਼ਵੈਲਟ ਦੇ ਟਾਈਮ ਅਮਰੀਕਾ ਦੇ ਵਿੱਚ ਪ੍ਰੋਹਿਬਿਸ਼ਨ ਚੋਂ ਮਾਫੀਆ ਪੈਦਾ ਹੋਇਆ, ਅੱਜ ਤੱਕ ਅਮਰੀਕਾ ਤੋਂ ਖਤਮ ਨਹੀਂ ਹੋਇਆ, ਅੱਜ ਤੱਕ ਉਹ ਮਾਫੀਆ ਚੱਲ ਰਿਹਾ। ਬਿਲਕੁਲ ਠੀਕ ਹੈ ਜੀ। ਸੋ ਪੰਜਾਬ ਸਰਕਾਰ ਨੇ ਕੋਆਪਰੇਟ ਸ਼ਾਇਦ ਨਹੀਂ ਕੀਤਾ, ਇਨਫੋਰਮੇਸ਼ਨ ਸ਼ੇਅਰ ਨਹੀਂ। ਸੋ ਉਹਦੇ ਬਾਅਦ ਈਡੀ ਨੇ ਸ਼ਾਇਦ ਆਪਣੇ ਪੱਧਰ ਤੇ ਇਨਫੋਰਮੇਸ਼ਨਸ ਗੈਦਰ ਕੀਤੀਆਂ, ਐਵੀਡੈਂਸ ਕਲੈਕਟ ਕੀਤਾ, ਕਲੈਕਟ ਕਰਕੇ ਉਹਨਾਂ ਦੀ ਇਨਕੁਆਇਰੀ ਰਿਪੋਰਟ ਕਹਿੰਦੇ ਪੂਰੀ ਡਿਟੇਲ ਤਿਆਰ ਹੋ ਗਈ, ਜਿਹਦੇ ਵਿੱਚ ਕਈ ਸਿਟਿੰਗ ਮੰਤਰੀ ਹੈ, ਐਮਪੀ ਹੈ, ਐਮਐਲਏ ਹੈ, ਖੁਦਾ ਜਾਣੇ ਕੌਣ ਕੌਣ ਹੈ, ਕਿਹਦਾ ਨਾਮ ਹੈ। ਹਾਂ ਚਲੋ, ਨਾਮ ਨਹੀਂ ਲੈਂਦੇ ਫਿਰ ਹਰ ਪ੍ਰੋਗਰਾਮ 'ਚ। ਇੱਕ ਐਮਪੀ ਆ ਤੇ 2 ਮਿਨਿਸਟਰ ਆ ਤੇ 5 ਐਮਐਲਏ ਆ, ਇਹੋ ਜਿਹੀ ਗੱਲ ਸੁਣਨ ਚਾਹੁੰਦੀ ਹੈ। ਤੇ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਦਖਲ ਅੰਦਾਜ਼ ਹੋਇਆ ਹੈ ਪੋਲੀਟੀਕਲੀ, ਤੇ ਉਹ ਜਿਹੜਾ ਪੰਜਾਬ ਦੇ ਵਿੱਚ ਚੱਲ ਰਹੀ ਸੀ ਇਨਕੁਆਇਰੀ ਈਡੀ ਦੀ, ਉਹਨੂੰ ਇੱਥੋਂ ਟ੍ਰਾਂਸਫਰ ਕਰਕੇ ਦਿੱਲੀ ਲੈ ਗਏ। ਹੁਣ ਉਹ ਦਿੱਲੀ ਸ਼ਰਾਬ ਵਾਲੇ ਮਸਲੇ ਦੀ ਇਨਕੁਆਇਰੀ, ਸ਼ਰਾਬ ਬਾਰੇ ਮਸਲੇ ਦੀ, ਉਹਨਾਂ ਨੂੰ ਸਕਟਲ ਕਰਨ ਲਈ ਦਿੱਲੀ ਲੈ ਕੇ ਗਏ ਆ, ਜਾਂ ਇਹਦੀ ਸੈਂਸਿਟੀਵਿਟੀ ਬਹੁਤ ਜ਼ਿਆਦਾ ਤਾਂ ਦਿੱਲੀ ਟ੍ਰਾਂਸਫਰ ਹੋ ਗਿਆ, ਗੋਡ ਨੋਸ। ਇਹ ਵੀ ਅਥੈਂਟਿਕ ਨਹੀਂ ਹੈ ਕਿ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੋਊਗੀ। ਇਹ ਇੱਕ ਰਿਲਾਇਬਲ ਸੋਰਸ ਤੋਂ ਇਨਫੋਰਮੇਸ਼ਨ ਹੈ ਜਿਹੜੀ ਉਹ ਲੱਗਦੀ ਹੈ, ਉਹਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਤਾਂ ਜਦ ਤੱਕ ਸਾਹਮਣੇ ਆਉਣਗੇ ਫੇਰ ਹੀ ਪਤਾ ਚੱਲੂਗਾ। ਪਰ ਇੱਕ ਚੀਜ਼ ਡੈਫੀਨੇਟ ਹੈ ਕਿ ਈਸੀ ਇਨਫੋਰਸਮੈਂਟ ਡਾਇਰੈਕਟਰ ਦੇ ਲੈਂਸ ਦੇ ਨੀਚੇ ਹੈਗਾ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਸਰਟਨ। ਹਾਂਜੀ ਹਾਂਜੀ। ਤੇ ਇੱਕ ਜਿਹੜਾ ਮੈਂ ਹੋਰ ਜੋ ਲੋਕਾਂ ਦੇ ਮਨਾਂ ਵਿੱਚ ਡਾਊਟਸ ਹੈਗੇ ਆ, ਇਹ ਜਿਹੜਾ ਕੈਪਟਨ ਅਮਰਿੰਦਰ ਸਾਹਿਬ ਦੇ ਬੇਟੇ ਜਿਹੜੇ ਹੈਗੇ ਆ ਰਣਇੰਦਰ ਨੂੰ ਜਦੋਂ ਈਡੀ ਦੇ ਨੋਟਿਸ ਗਏ ਆ, ਇਨਕਮ ਟੈਕਸ ਤੇ ਵੀ ਗਏ ਹੈਗੇ ਆ,
ਤੇ ਬਾਅਦ ਵਿੱਚ ਪਤਾ ਲੱਗਾ ਇਹ ਪੂਰੀ ਫੈਮਿਲੀ ਨੂੰ ਵੀ ਗਏ ਹੈਗੇ ਆ। ਇਹਨਾਂ ਦਾ ਕੋਈ ਖੇਤੀ ਕਾਨੂੰਨਾਂ ਨਾਲ ਲਿੰਕ ਹੈ ਜਾਂ ਕੁਝ ਪੋਲਿਟਿਕ ਨਾਲ ਰਿਪਰਕਸ਼ਨ, ਜਾਂ ਇਹ ਰੂਟੀਨ ਵਾਲਾ ਅਫੇਅਰ ਹੈਗਾ? ਇਹ ਫਿਰ ਅਸੀਂ ਉਹ ਜਿਹੜਾ ਮਾਈਨਿੰਗ ਮਾਫੀਆ ਦੀ ਗੱਲ ਆਉਂਦੇ ਹਾਂ। ਦੇਖੋ ਭਰਾ ਜੀ, ਮੇਰੀ ਨੌਲੇਜ ਵੀ ਉਨੀ ਕੁ ਹੈ ਜਿੰਨੀ ਕਾਮਨ ਇਨਸਾਨ ਦੀ ਹੈ। ਹਾਂਜੀ ਇਹ ਪਹਿਲਾਂ ਚੱਲੇ ਸੀ ਇਸ਼ੂ, ਕਾਫੀ ਐਕਟਿਵ ਹੋਏ ਸੀ। ਉਹਦੇ ਬਾਅਦ ਕਿਉਂ ਇੰਨੀ ਦੇਰ ਸਾਇਲੈਂਟ ਰਹੇ, ਕਿਉਂ ਐਕਟੀਵਿਟੀ ਨਹੀਂ ਹੋਈ, ਗॉड ਨੋਸ। ਇਹ ਵੀ ਹੋ ਸਕਦਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਇਨਕਮ ਟੈਕਸ ਵਾਲੇ ਰਿਕਾਰਡਸ ਇਕੱਠੇ ਕਰਦੇ ਹੋਣ। ਸਮਾਂ ਬਹੁਤ ਲੱਗ ਜਾਂਦਾ ਫੋਰਨ ਕੰਟਰੀਜ਼ ਤੋਂ ਰਿਕਾਰਡ ਲੈਣੇ ਹੁੰਦੇ ਆ। ਹੋ ਸਕਦਾ ਰਿਕਾਰਡ ਰਿਸੀਵ ਕਰਨ ਦੇ ਬਾਅਦ ਫਿਰ ਫਰੈਸ਼ ਨੋਟਿਸ ਹੋਣ, ਅਸੀਂ ਇਹਨੂੰ ਜਜਮੈਂਟ ਦੇ ਦਈਏ ਕਿ ਇਹ ਖੇਤੀ ਕਾਨੂੰਨਾਂ ਨਾਲ ਹੈ, ਇਹ ਵੀ ਮੁਨਾਸਬ ਨਹੀਂ ਹੋਊਗਾ। ਪਰ ਪੋਲੀਟੀਕਲ ਐਂਗਲ ਦਾ ਪਤਾ ਵੀ ਨਹੀਂ ਲੱਗਦਾ, ਕੀ ਪਤਾ ਸੱਚਾਈ ਵੀ ਹੋਵੇ। ਪਰ ਇਹ ਤਾਂ ਐਕਸਪਲੇਨੇਸ਼ਨ ਈਡੀਓ ਹੀ ਦੇ ਸਕਦੀ ਹੈ ਕਿ ਉਹ ਇੰਨੀ ਦੇਰ ਸਾਇਲੈਂਟ ਮੋਡ 'ਚ ਕਿਉਂ ਚਲੇ ਗਏ। ਹੋ ਸਕਦਾ ਇਨਫੋਰਮੇਸ਼ਨ ਕਲੈਕਟ ਹੁੰਦੀ ਹੋਵੇ, ਆਪਾਂ ਇਹਦੇ ਬਾਰੇ ਆਥੈਂਟਿਕਲੀ ਨਹੀਂ ਕਹਿ ਸਕਦੇ। ਪਰ ਹਾਂ, ਖਦਸ਼ਾ ਜ਼ਰੂਰ ਹੁੰਦਾ ਕਿ ਕਿਤੇ ਪੋਲੀਟੀਕਲ ਵਿਚ ਹੰਟਿੰਗ ਨਾ ਹੋਵੇ, ਹੋ ਸਕਦਾ। ਹਾਂਜੀ ਹਾਂ, ਆਪਣੀ ਉਹ ਇਨਕੁਆਇਰੀ ਵੀ ਕਰ ਸਕਦੇ ਹੈਗੇ ਪੂਰਾ ਬੈਕਗਰਾਉਂਡ ਦੀ, ਜਿਹੜਾ ਹੈਗਾ ਇਦਾਂ ਦਾ ਪੋਲੀਟੀਕਲ ਖਦਸ਼ਾ ਵੀ ਇਹਦੇ ਵਿੱਚ ਵੀ ਜਾਈ ਹੋ ਸਕਦੀ ਹੈਗੀ। ਚਲੋ ਹੁਣ ਅਸੀਂ ਮਾਈਨਿੰਗ ਦਾ, ਢਾਡਾ ਸਾਹਿਬ, ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਆਉਣੀ ਸੀ, ਨਸ਼ਿਆਂ ਦਾ ਤੇ ਜਿਹੜਾ ਹੈਗਾ ਮਾਈਨਿੰਗ ਦਾ ਜਿਹੜਾ 2-3 ਮੇਨ ਕੋਰ ਇਸ਼ੂ ਸੀ। ਬਟ ਅਨਫੋਰਚੂਨੇਟਲੀ ਨਸ਼ੇ ਵੀ, ਜਿੰਨਾ ਕਿ ਮੈਂ ਇੰਟਰਵਿਊ ਕੀਤੇ, ਲੋਕੀ ਕਹਿੰਦੇ 25-30-40% ਪਹਿਲੀ ਸਰਕਾਰ ਨਾਲੋਂ ਵੱਧ ਗਏ ਹੈਗੇ ਆ। ਤੇ ਇਹ ਮਾਈਨਿੰਗ ਲਗਭਗ ਪਹਿਲਾਂ ਆਪਣੇ ਜਿਹੜੇ ਚੀਮਾ ਸਾਹਿਬ ਸੀ, ਉਹਨਾਂ ਤੇ ਇਲਜ਼ਾਮ ਲੱਗੇ, ਜਿਹੜੇ ਮੰਤਰੀ ਸੀ, ਬਿਜਲੀ ਮੰਤਰੀ। ਫਿਰ ਇਦਾਂ ਕਰਦੇ ਕਰਦੇ ਉਹਨਾਂ ਤੋਂ ਅਸਤੀਫਾ ਦੇਣਾ ਪਿਆ। ਹੁਣ 26 MLA ਦੇ ਨਾਂ ਹੈਗੇ ਆ, ਵਨ ਵੇ ਔਰ ਦੀ ਅਦਰ। ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸੱਚਾਈ ਹੈ ਜੀ, ਤੱਥ ਸਾਰਿਆਂ ਨੂੰ ਪਤਾ ਹੈ। ਹਾਂਜੀ, ਦੇਖੋ, ਇਹ ਅੱਜ ਦਾ ਨਹੀਂ, ਬਹੁਤ ਪੁਰਾਣਾ ਮਸਲਾ ਹੈ। ਹਾਂਜੀ, ਇਹ ਆਰਗੇਨਾਈਜ਼ਡ ਕ੍ਰਾਈਮ ਸ਼ੁਰੂ ਹੋ ਗਿਆ, ਆਰਗੇਨਾਈਜ਼ਡ। ਹਾਂਜੀ, ਹਾਂਜੀ, ਅੱਗੇ ਸੀਗਾ ਕਿ ਟਰੈਕਟਰ ਟਰਾਲੀਆਂ ਦੇ ਨਾਲ ਰੇਤਾ ਰੂਤਾ ਕੱਢ, ਹਾਂਜੀ, ਇੰਡੀਵਿਜੂਅਲ ਗਰੁੱਪਸ ਚੱਲਦੇ ਸੀ। ਹੁਣ ਤਾਂ ਇਹ ਕਾਟਲ ਐਡਾ ਤਕੜਾ ਕਾਟਲ ਹੈ ਕਿ ਟਰੈਕਟਰ ਟਰਾਲੀ ਵਾਲੇ ਤਾਂ ਖਤਮ ਕਰ ਦਿੱਤੇ। ਹਾਂਜੀ, ਟੇਪਰ ਚੱਲਦੇ ਆ, ਸਭ ਪੋਲੀਟੀਕਲ ਬੌਸਸ ਦੇ ਟੇਪਰ ਹੈ। ਪਿੰਡ ਪਿੰਡ ਪਤਾ ਹੈ ਕਿਹਦੇ ਹੈ, ਪੂਰੇ ਪੰਜਾਬ ਨੂੰ ਪਤਾ ਹੈ ਕਿਹਦੇ, ਪਰ ਸਾਡੀ ਮੋਤੀਆਂ ਵਾਲੀ ਸਰਕਾਰ ਨੂੰ ਨਹੀਂ ਪਤਾ ਕਿਹਦੇ। ਇਹ ਤੁਸੀਂ ਰੋਪੜ ਦਾ ਦੇਖੋ, CBI ਦੀ ਕੇਸ ਰਜਿਸਟਰ ਕਰਨ ਨੂੰ, ਇਨਕੁਆਇਰੀ ਨੂੰ ਕਿਹਾ, ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ। ਉਹਦੇ ਵਿੱਚ ਵੀ ਕਲੀਅਰਲੀ ਕੋਈ ਨਾ ਕੋਈ ਤਾਂ ਹੈਗਾ ਹੀ। ਹਾਂ, ਬਿਲਕੁਲ ਠੀਕ ਹੈ। ਕਲੀਅਰ CJM ਨੇ ਰਿਪੋਰਟ ਦਿੱਤੀ ਹੈ ਕਿ ਯੈਸ, ਚੱਲ ਰਿਹਾ, ਓਪਨ ਚੱਲ ਰਿਹਾ। ਪਰ ਸਵਾਲ ਇਹ ਹੈ ਕਿ ਜਦ ਲਾਅ ਇਨਫੋਰਸਮੈਂਟ ਏਜੰਸੀ ਤੇ ਲਾਅ ਬ੍ਰੇਕਿੰਗ ਪੀਪਲ ਹੈਂਡ ਐਂਡ ਗਲਵ ਹੋ ਜਾਣਗੇ, ਜਾਂ ਕਹਿ ਲਓ ਚੋਰ ਤੇ ਸਿਪਾਹੀ ਇਕੱਠੇ ਹੋ ਜਾਣਗੇ, ਫਿਰ ਤਾਂ ਰੋਜ਼ ਸੰਨਾ ਹੀ ਲੱਗਣੀ ਹੈ। ਪੰਜਾਬ ਨੂੰ ਸੰਨਾ ਲੱਗ ਰਹੀ ਹੈ, ਲੱਗੀ ਜਾ ਰਹੀ ਹੈ। ਹੁਣ ਸੁਣਨ ਚ ਆਇਆ ਕਿ ED ਨੇ ਵੈਰੀ ਕੁਆਇਟਲੀ ਇਹ ਸਾਰੀ ਐਕਟੀਵਿਟੀ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਐਂਡ ਉਹਨਾਂ ਦੇ ਸਕੈਨਰ ਦੇ ਵਿੱਚ ਰੂਲਿੰਗ ਪਾਰਟੀ ਦੇ 26 MLA ਜਿਹੜੇ ਇਸ ਸਕੈਨਰ ਦੇ ਵਿੱਚ ਹੈ। ਐਂਡ ਇਹ 26 ਹੈ ਵੀ ਕਿ ਨਹੀਂ, ਘੱਟ ਹੈ ਕਿ ਵੱਧ ਹੈ, ਪਰ ਡੈਫੀਨੇਟਲੀ ਕੁਛ ਨਾ ਕੁਛ ਚੱਲ ਰਿਹਾ ਹੈ। ਐਂਡ ਰਿਵੀਲ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ, ਜਦ ED ਆਪਣੇ ਕਾਰਡਸ ਖੋਲੂਗੀ, ਜਾਂ ਨਹੀਂ ਖੋਲੂਗੀ, ਬੁੱਕਲ ਦੇ ਵਿੱਚ ਕੋਈ ਡੀਲ ਹੋ ਜਾਊਗੀ। ਨਹੀਂ, ਪਰ ਵੈਸੇ ਜਿਹੜਾ ਇਹੋ ਦੇਖੋ, ਥੋੜਾ ਬਹੁਤਾ ਤਾਂ ਅਫਸਰ ਲੋਕ ਜਾਂ ਇੱਧਰ ਉੱਧਰ ਚੱਲਦਾ ਰਹਿੰਦਾ, ਪਰ ਏਡੇ ਵੱਡੇ ਲੈਵਲ ਤੇ ਜੇ ਚੱਲੇ, ਜੇ ਕੋਈ ਪੋਲੀਟੀਕਲ ਇੰਟਰਵੈਂਸ਼ਨ ਨਾ ਹੋਵੇ, ਖਾਸ ਤੌਰ ਤੇ ਜਿਹੜੀ ਰੂਲਿੰਗ ਪਾਰਟੀ ਦੀ, ਇੱਕ ਬੜਾ ਸੌਰੀ ਸਟੇਟ ਆਫ ਅਫੇਅਰਸ ਹੈਗਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਮਨੀ ਇਨਵੋਲਵਡ, ਮਨੀ ਦਾ ਮਾਈਟ ਇੰਨਾ ਹੈ, ਚਾਂਦੀ ਦੀ ਜੁੱਤੀ ਆ ਉਹ ਐਡੀ ਭਾਰੀ ਹੈ। ਹਾਂਜੀ, ਹੁਣ ਜੇ ਟਰੁੱਥ ਹੈ ਕਿ ਪੰਜਾਬ ਦੇ ਵਿੱਚ ED ਨੇ ਇਨਕੁਆਇਰੀ ਕੀਤੀ ਤੇ ਇਨਕੁਆਇਰੀ ਦੀਆਂ ਫਾਈਲਾਂ ਪੋਲੀਟੀਕਲ ਬੌਸਸ ਨੇ ਦਿੱਲੀ ਟ੍ਰਾਂਸਫਰ ਕਰਾ ਦਿੱਤੀਆਂ, ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਕਿੰਨੀ ਇਨਵੋਲਵਮੈਂਟ ਹੋਊਗੀ। ਹਾਂਜੀ, 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 ਐਡੀ ਤਕੜੀ ਇਨਵੋਲਵਮੈਂਟ ਹੋਊਗੀ, ਕੌਣ ਹੈ। ਐਂਡ ਮੇਰੇ ਇਨਫੋਰਮੇਸ਼ਨ ਦੇ ਮੁਤਾਬਕ ਇੱਕ ਡਿਸਟਿਲਰੀ
ਦੀ ਡੈਸਟੀਨੇਸ਼ਨ ਬਦਲਤੀ ਹੈ, ਜਿਹੜੀ ਪਟਿਆਲੇ 'ਚ ਸੀ। ਜਿਹੜੀਆਂ ਦੂਜੀਆਂ ਡਿਸਟਿਲਰੀਆਂ ਚੱਲਦੀਆਂ ਸੀ ਉਹ ਬਰਕਰਾਰ ਅੱਜ ਵੀ ਉਵੇਂ ਹੀ ਚੱਲ ਰਹੀਆਂ, ਉਹੀ ਸੇਮ ਇਲੀਗਲ ਡਿਸਟਿਲਰੀ ਸੇਮ ਚੱਲ ਰਹੀਆਂ। ਅੱਜ ਦੀ ਟਾਂਡਾ ਸਾਹਿਬ ਖਬਰ ਸੀ ਜਿਹੜਾ ਹੈਗਾ ਐਕਸਾਈਜ਼ ਦਾ ਰੈਵਨਿਊ ਵੀ ਥੋੜਾ ਜਿਹਾ ਅੱਗੇ ਨਾਲੋਂ ਅਪ ਹੋਇਆ ਹੈਗਾ। ਇਹਦਾ ਮਤਲਬ ਉਹ ਲੀਕੇਜ ਕਾਫੀ ਜ਼ਿਆਦਾ ਹੋ ਰਹੀ ਸੀ। ਹੁਣ ਇਹ ਸਖਤੀ ਤੋਂ ਬਾਅਦ ਅਫਸਰਾਂ ਦੇ, ਜਦੋਂ ਅਫਸਰਾਂ ਤੇ ਵੀ ਥੋੜਾ ਸਕੰਜਾ ਕੱਸਣਾ ਸ਼ੁਰੂ ਹੋਇਆ, ਐਟਲੀਸਟ ਅਫਸਰ ਥੋੜੇ ਸਖਤ ਹੋਏ ਹੈਗੇ ਆ। ਮੈਨੂੰ ਇੰਨਾ ਤਾਂ ਹੁਣ ਯਾਦ ਨਹੀਂ ਕਿੰਨੇ ਕੁ % ਅਪ ਹੋਇਆ, ਪਰ ਡੈਫੀਨੇਟਲੀ ਅੱਗੇ ਨਾਲੋਂ ਅਪ ਹੋਇਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਇਹਦੇ 'ਚ ਫੈਕਟ ਹੈ। ਗਵਰਨਮੈਂਟ ਨੇ ਜਦ ਦੇਖਿਆ ਰੈਵਨਿਊ ਲਾਸ ਹੋਇਆ, ਗਵਰਨਮੈਂਟ ਦੀ ਬਦਨਾਮੀ ਹੋਈ ਹੈ, ਓਪਨ ਪਬਲਿਕ ਡੋਮੇਨ 'ਚ ਇਸ਼ੂ ਆਇਆ ਹੈ ਕਿ ਇਲੀਗਲ ਸ਼ਰਾਬ 150 ਬੰਦਾ ਮਰ ਗਿਆ, ਤਾਂ ਹਰਕਤ ਚਾਹੀ ਸਰਕਾਰ ਨੇ ਸਪੈਸ਼ਲ ਵਿੰਗਸ ਬਣਾਤੇ, ਨਵੇਂ ਵਿੰਗਸ। ਉਹਦੇ 'ਚ ਪੁਲਿਸ ਵੀ ਹੈ, ਐਕਸਾਈਜ਼ ਵੀ, ਐਂਡ ਉਹਨਾਂ ਨੇ ਕਾਫੀ ਸਖਤੀ ਕੀਤੀ ਹੈ। ਉਹ ਸਖਤੀ ਦਾ ਫਲ ਇਹ ਹੋਇਆ ਹੈ ਕਿ ਮੈਸਿਵ ਸੇਲਸ ਦੇ ਵਿੱਚ ਇਨਕਰੀਜ਼ ਆਈ ਹੈ। ਖਾਸ ਤੌਰ ਤੇ ਜਿਹੜੀ ਦੇਸੀ ਸ਼ਰਾਬ ਹੈ, ਜਿਹਨੂੰ ਕੰਟਰੀ ਲਿਕਰ ਕਹਿੰਦੇ ਆ, ਉਹੀ ਵਿਕਦੀ ਸੀਗੀ ਨਜਾਇਜ਼, ਦੂਜੀ ਨਹੀਂ ਵਿਕਦੀ। ਦੂਜੀ ਤਾਂ ਬਾਹਰਲੀ ਸਟੇਟ ਤੋਂ ਇੰਪੋਰਟ ਕਰ ਕੇ ਕਰਦੇ ਆ। ਜਿਹੜੀ ਇਲੀਗਲ ਵਿਕਦੀ ਆ ਉਹ ਸਾਰੀ ਦੇਸੀ ਵਿਕਦੀ ਹੈ। ਤੇ ਦੇਸੀ ਦੀ ਸੇਲ ਹੈ ਜਿਹੜੀ, ਉਹ ਕੁਆਂਟਮ ਜੰਪ ਇੰਨਾ ਆ ਗਿਆ ਕਿ ਕੋਟੇ ਐਕਸੀਡ ਕਰ ਗਏ, 3 ਵਾਰ 5% ਕੋਟੇ ਐਕਸੀਡ ਕਰ ਦਿੱਤੇ। ਐਂਡ ਜਿੰਨਾ ਰੈਵਨਿਊ ਦਾ ਟਾਰਗੇਟ ਸੀ, ਉਹ ਟਾਰਗੇਟ ਐਕਸੀਡ ਕਰ ਗਿਆ। ਇਹ ਪਹਿਲੀ ਵਾਰ ਹੈ ਇਸ ਸਰਕਾਰ ਦੇ ਦੌਰਾਨ ਕਿ ਟਾਰਗੇਟ ਐਕਸੀਡ ਕਰ ਗਏ, ਤੇ ਉਮੀਦ ਹੈ ਕਿ ਐਤਕੀ ਕਾਫੀ ਰੈਵਨਿਊ ਦੇ ਵਿੱਚ ਵਾਧਾ ਹੋਊਗਾ। ਉਹਦੇ ਤੋਂ ਅੰਦਾਜ਼ਾ ਕਲੀਅਰ ਹੈ ਕਿ ਪਿਲਫਰੇਜ ਸੀਗੀ। ਇਹਦਾ ਮਤਲਬ ਜਿਹੜੀ ਵਿੰਡਿਕਟਿਵ ਹੋ ਗਿਆ ਹੈ ਕਿ ਇਹਨਾਂ ਨੇ ਕੀਤਾ ਸੀ, ਕਲੀਅਰ। ਇੱਕ ਬੜਾ ਹੋਰ ਮੇਜਰ GST ਇਵੇਜ਼ਨ ਦਾ ਮਾਮਲਾ ਹੈ। 5-7 ਜਿਹੜੇ ਸੀਨੀਅਰ ਜਿਹੜੇ ਐਕਸਾਈਜ਼ ਵਾਲੇ ਜਿਹੜੇ GST ਦੇ ਆਫਿਸਰ ਦੇ, ਉਹ ਵੀ ਵਿਜੀਲੈਂਸ ਦੇ ਨੈਟ ਵਿੱਚ ਹੈਗੇ ਆ। ਮੈਂ ਵੀ ਥੋੜਾ ਜਿਹਾ, ਇੱਕ ਮੇਰਾ ਦੋਸਤ ਸੀ ਵਾਕਫ, ਉਹਨੂੰ ਮੈਂ ਪੁੱਛਿਆ ਵੀ ਕੀ ਹੈਗਾ ਇਹਦੇ ਵਿੱਚ। ਬੜੀ ਮਤਲਬ ਸਟਰੋਂਗ ਇੰਟੈਂਸਿਟੀ ਹੈਗੀ ਆ, ਜਿਹਦੇ ਵਿੱਚ ਟਰੱਕਾਂ ਹੀ ਜਿਹੜੇ ਹੈਗੇ ਆ ਉਹ GST ਟੈਕਸ ਦਿੱਤੇ ਤੋਂ ਬਗੈਰ ਨਿਕਲੇ ਹੈਗੇ। ਬੜਾ ਵੱਡਾ ਗਰੋਹ ਹੈਗਾ, ਅਜੇ ਤਾਈਂ ਵੀ ਸ਼ਾਇਦ ਚੱਲਦਾ ਹੈਗਾ, ਜੋ ਪੇਪਰਾਂ ਦੀ ਫੀਡਬੈਕ ਆਉਂਦੀ ਹੈਗੀ ਆ। ਇਹ ਹੁਣੇ ਚੱਲਣਾ ਸ਼ੁਰੂ ਹੋਇਆ ਕਿ ਪਿਛਲੀਆਂ ਵੀ ਸਿਸਟਮ ਸਰਕਾਰਾਂ ਵੇਲੇ ਇਦਾਂ ਦਾ ਕੋਈ ਚੱਲਦਾ ਸੀ? ਦੇਖੋ, ਚੱਲਦਾ ਤਾਂ ਇਸ ਕਿਸਮ ਦੀ ਪਿਲਫਰੇਜ ਤਾਂ ਸਦਾ ਹੀ ਹੁੰਦੀ ਆ। ਜੇ ਪਿਲਫਰੇਜ ਨਾ ਹੋਵੇ ਤੇ ਇਸ ਮਹਿਕਮੇ ਨੂੰ ਵਾਈਂਡ ਅਪ ਕਰਦੀ ਹੈ ਲੋੜ ਹੀ ਨਹੀਂ, ਲੋਕੀ ਆਪੇ ਟੈਕਸ ਜਮ੍ਹਾਂ ਕਰਾ ਦੇਣ। ਐਡਾ ਵੱਡਾ ਮਹਿਕਮਾ, ਇੰਨੀ ਸੈਲਰੀ, ਇੰਨਾ ਖਰਚਾ, ਇੰਨੇ ਦਫ਼ਤਰ, ਇਸੇ ਲਈ ਹੈ ਨਾ ਜੀ ਪਿਲਫਰੇਜ ਹੁੰਦੀ ਹੈ, ਤਾਂ ਕਿ ਕੁਝ ਚੈੱਕ ਕਰਨਾ। ਪਰ ਜਿਹੜਾ ਪਿਛਲੀਆਂ ਸਰਕਾਰ ਸੀਗੀ 10 ਸਾਲ ਦੀ, ਉਹ ਲੈ ਲਓ ਅਕਾਲੀ ਦਲ ਦੀ ਸਰਕਾਰ, ਉਹਦੇ ਵਿੱਚ ਰੈਗੂਲਰ ਗਰੋਥ ਹੋਈ ਬੈਠਦੀ, ਰੈਗੂਲਰ ਕੰਸਿਸਟੈਂਟ, ਜਿਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਿਲਫਰੇਜ ਦੀ ਘੱਟ ਗੁੰਜਾਇਸ਼ ਸੀ, ਬਹੁਤ ਘੱਟ ਸੀ। ਹਾਂਜੀ। ਇਟ ਮੀਨਸ ਵਰਕਿੰਗ ਐਂਡ ਐਫੀਸ਼ੀਐਂਸੀ ਆਫ ਦੀ ਡਿਪਾਰਟਮੈਂਟ ਵਾਸ ਵੈਰੀ ਗੁੱਡ। ਹੁਣ GST ਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਆਈ ਹੈ। ਗਵਰਨਮੈਂਟ ਦੇ, ਸੈਂਟਰਲ ਗਵਰਨਮੈਂਟ ਦੇ ਅਫਸਰ ਵੀ ਆਏ ਹੈ, ਪੰਜਾਬ ਦੇ ਅਫਸਰ ਵੀ ਹੈ, ਇਹਨਾਂ 'ਚ ਕੁਝ ਕੋਆਰਡੀਨੇਸ਼ਨ 'ਚ ਵੀ ਕਮੀ ਹੋ ਸਕਦੀ ਹੈ ਸ਼ਾਇਦ। ਪਰ ਜਿੰਨੀ ਕੁਆਂਟਮ ਹੁਣ ਹੋਈ ਹੈ ਪਿਲਫਰੇਜ, ਇੰਨੀ ਅੱਜ ਨਹੀਂ ਕਦੇ। ਤੇ ਜਿਹੜੀ ਪੰਜਾਬ ਸਰਕਾਰ ਹੈ ਉਹਦੇ ਤੇ ਸੀਰੀਅਸ ਨਹੀਂ, ਸੀਰੀਅਸ ਇਸ ਲਈ ਨਹੀਂ ਕਿ 5 ਸਾਲ ਦੀ, ਜਦ ਕੋ ਸਿਨੋਨਿਮਸ ਹੈ, ਜਦ ਇਹ ਸਰਕਾਰ ਆਈ ਹੈ ਉਦੋਂ ਹੀ GST ਸ਼ੁਰੂ ਹੋਈ, ਜਦ ਮੌਜੂਦਾ ਗਵਰਨਮੈਂਟ। 5 ਸਾਲ ਦੀ GST ਦੀ ਗਰੰਟੀ ਹੈ ਸਟੇਟ ਸੈਂਟਰ ਦੀ। ਹੁਣ GST ਦੀ ਰਿਕਵਰੀ ਘੱਟ ਦੇ ਬਾਵਜੂਦ ਪੰਜਾਬ ਸਰਕਾਰ ਨੂੰ ਪੂਰੀ ਗਰੋਥ ਦਾ ਕਲੇਮ ਮਿਲ ਰਿਹਾ ਗਵਰਨਮੈਂਟ ਆਫ ਇੰਡੀਆ। ਸੋ ਇਹ ਸਰਕਾਰ ਸਮਝਦੀ ਹੈ ਸਾਡੇ ਤੇ ਅਸਰ ਨਹੀਂ ਚੋਰੀ ਹੁੰਦੀ ਹੋਈ ਚਲੇ, ਕੋਈ ਇਹ ਨੈਗਲੈਕਟਡ ਐਸਪੈਕਟ ਹੋ ਗਿਆ। ਸੋ ਨੈਗਲੈਕਟਡ ਐਸਪੈਕਟ ਕਰਕੇ ਬਹੁਤ ਜ਼ਿਆਦਾ ਪਿਲਫਰੇਜ ਹੋਈ ਹੈ। ਪਰ ਜੇ ਕਿਤੇ ਪੰਜਾਬ ਕੋਸ਼ਿਸ਼ ਕਰਦੀ ਤੇ ਅਸੀਂ ਗਰੰਟਿਡ ਮਨੀ ਨੂੰ ਵੀ ਐਕਸੀਡ ਕਰ ਸਕਦੇ ਸੀ। ਜੇ ਐਕਸੀਡ ਕਰ ਜਾਂਦੇ ਪੰਜਾਬ ਦਾ ਰੈਵਨਿਊ ਹੋਰ ਆ ਜਾਂਦਾ। ਜਾਂ ਅਸੀਂ 5 ਸਾਲ ਦੇ ਬਾਅਦ ਕੀ ਕਰਨਾ, ਜਦ 22 ਖਤਮ ਹੋਊਗੀ, ਗਰੰਟੀ ਖਤਮ ਹੋਊਗੀ, ਫਿਰ ਅਸੀਂ ਸੁੱਤੇ ਪਏ ਜਾਗਾਂਗੇ। ਤੁਸੀਂ ਆਲਰੇਡੀ ਜਿਹੜਾ ਪਿਲਫਰੇਜ ਵਾਲਾ ਸਿਸਟਮ ਹੈ ਉਹ ਇੰਨਾ ਸਟਰੋਂਗ ਨੈਟਵਰਕ ਕ੍ਰੀਏਟ ਹੋ ਗਿਆ, ਉਹ ਫਿਰ ਉਹਨੂੰ ਮਾਰਨ ਲੱਗ ਜਾਓਗੇ ਤੁਸੀਂ। 3 ਸਾਲ ਉਹਦੇ ਚ ਕੱਢ ਦੋਗੇ। ਪੰਜਾਬ ਤਾਂ ਘਾਟੇ ਦੇ ਵਿੱਚ ਹੀ ਰਹੂਗਾ, ਪੰਜਾਬ ਸਰਕਾਰ ਦੀ ਤਾਂ ਰੈਵਨਿਊ ਖਾਦਾ ਹੀ ਜਾਊਗਾ। ਦੇਖੋ ਟਾਂਡਾ ਸਾਹਿਬ, ਤੁਸੀਂ ਵੀ MLA ਰਹੇ ਹੋ, ਗਾਂ ਵੀ ਬੜੀ ਪੋਲੀਟੀਕਲ ਲਾਈਫ ਤੁਸੀਂ ਦੇਖਣੀ ਹੈਗੀ ਆ, ਆਪ ਵੀ ਦੇਖਣੀ, ਹੋਰ ਸਰਕਲ ਵੀ ਹੁੰਦਾ ਹੈਗਾ। ਮਤਲਬ ਪੰਜਾਬ ਦਾ ਗ੍ਰਾਫ ਲਗਾਤਾਰ ਥੱਲੇ ਜਾ ਰਿਹਾ ਹੈਗਾ, ਬੜਾ
ਈਵਨ ਅੱਛੇ ਅੱਛੇ ਜਿਹੜੇ ਇੰਡਸਟਰੀਲਿਸਟ ਆ, ਬੱਠੇ ਬਿਜ਼ਨਸਮੈਨ, ਉਹ ਵੀ ਪੰਜਾਬ ਛੱਡ ਕੇ ਜਲੰਧਰ ਵਿੱਚ ਘੱਟੋ ਘੱਟ 50-100 ਕੁ ਬੰਦਾ ਹੋਏਗਾ ਜਿਹੜੇ ਬਿਜ਼ਨਸ ਕੈਟੇਗਰੀ ਵਿੱਚ ਕੈਨੇਡਾ ਸ਼ਿਫਟ ਕਰਨੇ ਵਾਲੇ ਹੈਗੇ ਆ, ਤਾਂ ਕਰੋਨਾ ਕਰਕੇ ਰੁਕੇ ਸੀ। ਮਤਲਬ ਦੀਜ਼ ਆਰ ਵੈਰੀ ਸਟੋਰੀ ਸਟੇਟਸ ਆਫ ਅਫੇਅਰ। ਤੇ ਪੰਜਾਬ ਦਾ ਬਣੇਗਾ ਕੀ, ਬੜੀ ਮਾੜੀ ਗੱਲ ਲੱਗਦੀ ਹੈਗੀ। ਲਾਅ ਐਂਡ ਆਰਡਰ ਦੀ ਵੀ ਸਿਚੁਏਸ਼ਨ ਸੈਟਿਸਫੈਕਟਰੀ ਨਹੀਂ, ਲੋਕੀ ਡਰਦੇ ਬੜੇ ਹੈਗੇ ਆ, ਮਤਲਬ ਵੀ ਸਾਨੂੰ ਇਸ ਡਿਪਾਰਟਮੈਂਟ ਤੋਂ ਇਨਸਾਫ ਨਹੀਂ ਮਿਲਣਾ। ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨ, ਉਹ ਤਾਂ ਕੰਟਰੀ ਨੂੰ, ਸਟੇਟ ਨੂੰ ਛੱਡ ਕੇ ਜਾਣਾ ਚਾਹੁੰਦੇ ਹੈਗੇ। ਇਹ ਇੱਕ ਬੜਾ ਖਤਰਨਾਕ ਰੁਝਾਨ ਮੈਂ ਦੇਖਿਆ। ਤੁਹਾਡੇ ਲੁਧਿਆਣੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਤੁਹਾਡੇ ਨੋਟਿਸ ਵਿੱਚ ਆਏ ਕੇਸ? ਬਹੁਤ ਸੀਰੀਅਸ ਹੈ ਜੀ। ਦੇਖੋ, ਸਭ ਤੋਂ ਪਹਿਲਾਂ ਹਿੰਦੁਸਤਾਨ ਫੇਸ ਕਰਦਾ ਸੀ ਬ੍ਰੇਨ ਡਰੇਨ। ਹਾਂਜੀ। ਸਾਡੀਆਂ ਟੌਪ ਇੰਸਟੀਚਿਊਟਸ ਹੈ ਜਿਹੜੀਆਂ ਕੰਟਰੀ ਦੀ ਐਜੂਕੇਸ਼ਨ ਇੰਸਟੀਚਿਊਟਸ, ਜਿਹਨੂੰ ਹਾਂਜੀ। ਗਵਰਨਮੈਂਟ ਆਫ ਇੰਡੀਆ ਫਾਈਨੈਂਸ ਕਰਦੀ ਹੈ। ਹਾਂਜੀ। IITs ਹੈ ਸਾਡੀਆਂ, IMMs ਹੈ, ਸਾਡੇ ਲਾਅ ਸਕੂਲਸ ਹੈਗੇ, ਸਾਡੇ ਮੈਡੀਕਲ ਕਾਲਜਸ ਹੈਗੇ, ਹੋਰ ਇੰਜੀਨੀਅਰਿੰਗ ਇੰਸਟੀਚਿਊਟਸ ਹੈ ਸਾਡੀਆਂ, ਜਿੰਨੀਆਂ ਟੌਪ ਹੈ ਕੰਟਰੀ ਦੀਆਂ। ਉਹਨਾਂ ਵਿੱਚੋਂ ਜਿੰਨੇ ਟੌਪਰ ਹੈ, ਕਰੀਮ ਹੈ, ਉਹ ਆਲਰੇਡੀ ਪਿਛਲੇ 50 ਸਾਲ ਤੋਂ ਫੋਰਨ ਡੈਸਟੀਨੇਸ਼ਨ ਤੇ ਜਾ ਰਹੇ। ਪੜ੍ਹਾਉਂਦੇ ਹਾਂਜੀ। ਅਸੀਂ, ਸਬਸਿਡਾਈਜ਼ਡ ਐਜੂਕੇਸ਼ਨ ਅਸੀਂ ਦਿੰਦੇ ਹਾਂ, ਤੇ ਹਾਂਜੀ। ਉਹ ਪੜ੍ਹ ਲਿਖ ਕੇ ਫੋਰਨ ਡੈਸਟੀਨੇਸ਼ਨ ਚਲੇ ਜਾਂਦੇ ਆ। ਇਹਨੂੰ ਹਮੇਸ਼ਾ ਕਿਹਾ ਜਾਂਦਾ ਸੀ ਬ੍ਰੇਨ ਡਰੇਨ। ਹਾਂਜੀ। ਹੁਣ ਕੀ ਹੋਇਆ? ਹੁਣ ਯੂਥ ਡਰੇਨ ਸ਼ੁਰੂ ਹੋ ਗਿਆ। ਯੂਥ ਡਰੇਨ। ਹਾਂਜੀ। ਜਿਹੜਾ ਹਾਂਜੀ। ਪੰਜਾਬ ਦੇ ਵਿੱਚ ਸਭ ਤੋਂ ਵੱਧ ਅਸਰ ਹੈ, ਸਦਰਨ ਸਟੇਟਸ ਹਾਂਜੀ। ਵੀ ਹੈ, ਪੰਜਾਬ 'ਚ ਹਾਂਜੀ। ਸਭ ਤੋਂ ਵੱਧ ਅਸਰ ਉਹਦੇ 'ਚ ਹਾਂਜੀ। ਕੀ ਹੈ ਕਿ ਜਿਹੜਾ ਸਾਡਾ ਯੰਗਸਟਰ ਹੈ, ਉਹ ਸੋਚਦਾ ਹੈ ਕਿ ਮੇਰੇ ਇੱਥੇ ਤਾਂ ਮੇਰਾ ਰਹਿ ਕੇ ਐਵੀਨਿਊਜ਼ ਹੈ ਹੀ, ਹਾਂਜੀ। ਬੇਈਮਾਨੀ ਹੈ, ਅੜਿੱਕੇ ਹੀ ਅੜਿੱਕੇ। ਨਾ ਮੈਂ ਨਵੀਂ ਬਿਜ਼ਨਸ ਸ਼ੁਰੂ ਕਰ ਸਕਦਾ, ਨਾ ਹਾਂਜੀ। ਮੈਨੂੰ ਕਿਤੇ ਨੌਕਰੀ ਮਿਲਣੀ ਹੈ। ਉਹ ਸਾਰੇ ਦੇ ਸਾਰੇ ਹੁਣ ਫੋਰਨ ਡੈਸਟੀਨੇਸ਼ਨ 'ਚ ਜਾਣ ਲੱਗ ਹਾਂਜੀ। ਗਏ। ਇਹ ਮੈਂ ਕਹੂੰਗਾ ਇਹਨੂੰ ਯੂਥ ਡਰੇਨ। ਉਹ ਹੂੰ। ਬਿਫੋਰ ਐਜੂਕੇਸ਼ਨ ਜਾ ਰਹੇ ਹੈ, ਬਾਹਰ ਜਾ ਕੇ ਐਜੂਕੇਸ਼ਨ ਲੈਂਦੇ ਆ, ਉੱਥੇ ਜਾ ਕੇ ਫਿਰ PR ਲੈ ਕੇ ਜਾਂ ਉਹਨਾਂ ਨੂੰ ਵਰਕ ਪਰਮਿਟਸ ਲੈ ਕੇ ਉੱਥੇ ਰਹਿ ਜਾਂਦੇ ਆ। ਇਹ ਹੁਣ ਹਾਂਜੀ। ਦੂਜਾ ਲਾਸ ਹੈ ਸਾਡੇ ਪੂਰੀ ਕੰਟਰੀ। ਇਹਦੇ ਲਈ ਹਾਂਜੀ। ਜਦ ਤੱਕ ਸੂਬਾ ਆਪਣੀ ਵਰਕਿੰਗ ਨੂੰ ਅੱਛਾ ਨਹੀਂ ਕਰੂਗਾ, ਹੂੰ। ਹੈਸਲ ਫ੍ਰੀ ਲਾਈਫ ਨਹੀਂ ਮਿਲੂਗੀ, ਉਦੋਂ ਤੱਕ ਇਹ ਚੱਲਦੀਆਂ ਰਹਿਣਗੀਆਂ। ਹੁਣ ਜਿਹੜੀ ਹੈਗੀ ਗੱਲ ਤੁਸੀਂ ਕੀਤੀ ਇੰਡਸਟਰੀ, ਇੰਡਸਟਰੀ ਵਾਲੇ ਨੇ ਤਾਂ ਬਾਹਰ ਨਹੀਂ ਨਾ ਜਾਣਾ, ਉਹਦੀ ਤਾਂ ਐਸਟੈਬਲਿਸ਼ਡ ਇੰਡਸਟਰੀ ਹੈ, ਉਹ ਹਾਂਜੀ। ਆਪਣਾ ਕੰਮ ਕਰ ਰਿਹਾ। ਉਹ ਹੁਣ ਪੰਜਾਬ ਦੇ ਵਿੱਚੋਂ ਇਹ ਸੋਚਣ ਲੱਗ ਗਏ ਕਿ ਪੰਜਾਬ 'ਚ ਸਭ ਤੋਂ ਮਹਿੰਗੀ ਬਿਜਲੀ, ਪੰਜਾਬ ਦੇ ਵਿੱਚ ਸਭ ਤੋਂ ਵੱਧ ਕਰਪਸ਼ਨ, ਹਾਂਜੀ। ਤੇ ਹੁਣ ਇਨਸਟੇਬਿਲਿਟੀ ਵੀ ਹੋਣੀ ਸ਼ੁਰੂ ਹੋ ਗਈ। ਹਾਂਜੀ। ਤੁਸੀਂ ਦੇਖੋ, ਜਿਹਨੂੰ ਮਰਜ਼ੀ ਬਲੇਮ ਕਰੀ ਚੱਲਣਾ, ਹਾਂਜੀ। ਪਰ ਲੂਜ਼ਰ ਤਾਂ ਪੰਜਾਬ ਹੈ। ਟ੍ਰੇਨਸ ਆ ਨਹੀਂ ਰਹੀਆਂ, ਹਾਂਜੀ। ਪੰਜਾਬ ਦਾ ਇੰਡਸਟਰੀ ਦਾ ਬਣਿਆ ਹੋਇਆ ਮਾਲ ਕੰਟੇਨਰ ਬੰਦ ਪਏ ਹੈ, ਹਾਂਜੀ। LCs ਉਹਨਾਂ ਨੇ ਖੋਲੀਆਂ ਹੋਈਆਂ, ਬੈਂਕ ਦਾ ਵਿਆਜ ਚੱਲ ਰਿਹਾ ਹੈ। ਆਹ ਦੀਵਾਲੀ ਸੀ, ਲੋਕਾਂ ਨੇ ਵਪਾਰ ਕਰਨਾ, ਇੰਪੋਰਟਡ ਗੁੱਡਸ ਦਿੱਲੀ ਪਏ ਹੈ, ਡੈਸਟੀਨੇਸ਼ਨ ਲੁਧਿਆਣਾ ਦੇ ਭਰੇ ਹੋਏ ਸੀ, ਪੈਸਾ ਖਰਚਿਆ ਹੋਇਆ, ਬਿਜ਼ਨਸ ਹੋਣੀ ਨਹੀਂ, ਲੋਕੀ ਤਾਂ ਰੁੜ ਗਏ, ਕੱਚਾ ਮਾਲ ਆ ਨਹੀਂ ਰਿਹਾ, ਫੋਰਨ ਆਰਡਰਸ ਹੈ, ਉਹ ਇੰਡੀਆ ਨੂੰ ਆਰਡਰ ਕੈਂਸਲ ਕਰਨ ਲੱਗ ਗਏ, ਉਹ ਪੰਜਾਬ ਤੋਂ ਬਾਹਰੋਂ ਮੰਗਾਉਣ ਲੱਗ ਗਏ। ਅੱਜ ਹੀ ਮੈਨੂੰ ਇੱਕ ਪ੍ਰੋਬਲਮ ਆਈ ਕਿ ਜੰਮੂ ਕਸ਼ਮੀਰ ਦੇ ਵਿੱਚ ਖੰਡ ਨਹੀਂ ਜਾ ਰਹੀ, ਚੀਨੀ ਹੈ ਨਹੀਂ, ਬਿਕੋਜ਼ ਟ੍ਰੇਨਸ। ਖਾਦ ਦੀ ਸਾਨੂੰ ਦਿੱਕਤ ਆ ਜਾਣੀ ਹੈ। ਠੀਕ ਹੈ, ਐਜੀਟੇਸ਼ਨ ਆਪਣੀ ਥਾਂ ਤੇ ਹੈ, ਪਰ ਪੰਜਾਬ ਦੀ ਇਕਨੋਮੀ ਕਿੱਧਰ ਜਾਵੇ? ਉਹ ਕਿਹਨੂੰ ਇਤਰਾਜ਼ ਕਰੇ, ਕਿਹਦੇ ਕੋਲ ਜਾ ਕੇ ਗੁਹਾਰ ਲਾਵੇ ਕਿ ਸਾਡਾ ਇਕਨੋਮੀ ਖਤਮ ਹੋ ਰਹੀ ਹੈ ਪੰਜਾਬ ਦੀ? ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ ਪੰਜਾਬ ਨੂੰ ਇਸ ਐਜੀਟੇਸ਼ਨ ਦਾ। ਕੋਈ ਰਿਲਾਈਜ਼ ਨਹੀਂ ਕਰਦਾ ਇਸ ਚੀਜ਼ ਨੂੰ। ਗਵਰਨਮੈਂਟ, ਪੰਜਾਬ ਸਰਕਾਰ ਸੀਰੀਅਸਲੀ ਨੈਗੋਸ਼ੀਏਟ ਨਹੀਂ ਕਰਦੀ ਉਹਨਾਂ ਨਾਲ ਕਿ ਭਾਈ ਗੁੱਡ ਸਟਰੈਂਥ ਆ। ਉਹ ਕਹਿੰਦੇ ਅਸੀਂ ਚੰਗਾ ਠੀਕ ਹੈ, ਅਸੀਂ ਫਾਰਮਰ ਦੇ ਨਾਲ ਹੈ, ਫਾਰਮਰ ਨੂੰ ਉਕਸਾ ਦਿਓ, ਫਾਰਮਰ ਬੰਦ ਕਰੇ। ਗੇਮ ਲੱਗੀ ਹੋਈ ਹੈ ਤੇਰੇ ਫਾਰਮਰ ਦੇ ਨੇੜੇ ਕੌਣ? ਫਾਰਮਰ ਦੇ ਨੇੜੇ ਕੋਈ ਵੀ ਨਹੀਂ ਹੈ। ਪਰ ਪੰਜਾਬ ਦਾ ਕੌਣ ਹੈ? ਪੰਜਾਬ ਦਾ ਐਡਾ ਵੱਡਾ ਇਕਨੋਮਿਕ ਨੁਕਸਾਨ ਹੋਇਆ ਕੌਣ ਹੈ? ਜੇ ਇਸ ਕਿਸਮ ਦੇ ਮਾਹੌਲ ਰਿਪੀਟਡਲੀ ਹੋਣ ਲੱਗ ਗਏ, ਇੰਡਸਟਰੀਲਿਸਟ ਸੋਚਣ ਲੱਗ ਗਿਆ ਕਿ ਅਸੀਂ ਪੰਜਾਬ ਤੋਂ ਬਾਹਰ ਜਾਈਏ ਜਿੱਥੇ ਸੁਖਾਵਾਂ ਮਾਹੌਲ ਹੈ। ਪੰਜਾਬ ਦਾ ਆਉਣ ਵਾਲਾ ਸਮਾਂ ਨੂੰ ਵੀ ਵਿਗਾੜਨ 'ਚ ਕੋਈ ਕਸਰ ਨਹੀਂ ਛੱਡੀ ਹੋਈ। ਪਤਾ ਨਹੀਂ ਕੀ ਮਾਹੌਲ ਹੋਣਾ। ਹਰ ਬੰਦਾ ਹਰ ਇਸ਼ੂ ਨੂੰ ਐਕਸਪਲੋਇਟ ਕਰਨਾ ਚਾਹੁੰਦਾ ਹੈ। ਅਨਮਾਈਂਡਫੁਲ ਕਿ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ। ਇੱਕ ਟਾਂਡਾ ਸਾਹਿਬ, ਮੰਨ ਲਓ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਇਸ ਵੇਲੇ ਕਾਂਗਰਸ ਦੀ ਸਰਕਾਰ, ਅਗਲੀ ਪਤਾ ਨਹੀਂ ਕਿਹਦੀ ਆਉਣੀ ਆ, ਇਹ ਚਲੋ ਆਪਾਂ ਪੋਲੀਟੀਕਲ ਡਿਸਕਸ਼ਨ ਫੇਰ ਕਰਾਂਗੇ। ਮਤਲਬ ਜੇ ਤੁਹਾਨੂੰ ਬਤੌਰ CM ਕੰਮ ਕਰਨ ਦਾ ਮੌਕਾ, ਤੁਸੀਂ 5-7 ਕਿਹੜੇ ਸਟੈਪ ਲਓਗੇ ਜਿਹਦੇ ਨਾਲ ਪੰਜਾਬ ਦੀ ਇਕਨੋਮੀ ਦੀ ਰਿਵਾਈਵਲ ਹੋ ਜੇ, ਤਾਂ ਕਿ ਲੋਕੀ ਵੀ ਥੋੜਾ ਜਿਹਾ ਪੰਜਾਬ ਤੋਂ ਥੋੜਾ ਜਿਹਾ ਸੈਟਿਸਫਾਈਡ ਫੀਲ ਕਰਨ
ਵੀ ਅਸੀਂ ਪੰਜਾਬ ਦੇ ਵਾਸੀ ਹੈਗੇ ਹਾਂ। ਨੰਬਰ ਹਾਂਜੀ ਹੈਲੋ ਹਾਂਜੀ 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 ਨੰਬਰ 1 ਮੈਂ ਮਾਰਕਫੈਡ ਨੂੰ ਵਾਈਬ੍ਰੈਂਟ ਇੰਸਟੀਟਿਊਸ਼ਨ ਬਣਾਉਂਗਾ। ਮੈਂ ਮਾਰਕਫੈਡ ਦੇ ਥਰੂ ਮੈਂ ਅੱਛਾ ਜੀ। ਪੂਰੇ ਪੰਜਾਬ ਭਰ ਦੇ ਵਿੱਚ ਦਾਲਾਂ ਤੇ ਕੁਕਿੰਗ ਆਇਲਸ ਤੇ ਦਾ ਸਾਬਣ ਤੇ ਟੂਥਪੇਸਟ ਐਵਰੀ ਨੈਸੈਸਿਟੀਜ਼ ਵਿਲੇਜ ਦੀਆਂ ਕੋਆਪਰੇਟਿਵ ਸੁਸਾਇਟੀਜ਼ ਦੇ ਥਰੂ ਸਸਤੇ ਭਾਅ ਤੇ ਪ੍ਰੋਵਾਈਡ ਕਰੂੰਗਾ, ਐਟਲੀਸਟ 35-40% ਸਸਤਾ। ਠੀਕ ਹੈ ਜੀ। ਫਿਰ ਮਾਰਕਫੈਡ ਦੇ ਥਰੂ ਮੈਂ ਕੂਪਨਸ ਦਊਂਗਾ for ਹਾਂਜੀ production of oil seeds, for production of dal, for production of any other agriculture produce at a fixed rate कि we will buy at that rate। ਉਹੀ ਸਾਈਕਲ ਕਰਕੇ ਫਿਰ ਲੋਕਾਂ ਨੂੰ ਸਸਤੇ ਪਾ ਦਊਂਗਾ ਸਟੋਰਸ ਦੇ ਉੱਤੇ, ਕੋਆਪਰੇਟਿਵ ਸਟੋਰਸ ਬਣਾ ਕੇ ਥਰੂ ਕੋਆਪਰੇਟਿਵ ਸੁਸਾਇਟੀਜ਼। ਨੰਬਰ 1 ਇਹ। ਹਾਂਜੀ ਨੰਬਰ 2 ਤੁਹਾਨੂੰ ਇੰਡਸਟਰੀ ਨੂੰ ਬਚਾਉਣ ਲਈ ਇੰਡਸਟਰੀ ਦੇ ਪਾਰਟਨਰ ਬਣਨਾ ਪੈਣਾ। ਤੁਹਾਨੂੰ ਨਵੇਂ ਇੰਡਸਟਰੀਅਲ ਖੋਲਣ ਦੀ ਲੋੜ ਨਹੀਂ ਹੈ। ਜਿਹੜੇ ਐਗਜ਼ਿਸਟਿੰਗ ਇੰਡਸਟਰੀਅਲ ਜ਼ੋਨਸ ਹੈ ਉਹਨਾਂ ਦੇ ਵਿੱਚ ਇਨਫਰਾਸਟ੍ਰਕਚਰ ਫੈਸਿਲਿਟੀ ਇੰਪਰੂਵ ਕਰਕੇ ਕੁਛ ਤਾਂ ਐਡਵਾਂਟੇਜ ਦਈਏ। ਅਸੀਂ ਬਿਜਲੀ ਤਾਂ ਸਸਤੀ ਨਹੀਂ ਦੇ ਸਕਦੇ, ਉਹਨਾਂ ਨੂੰ ਈਜ਼ ਆਫ ਬਿਜ਼ਨਸ ਤਾਂ ਦਈਏ। ਹਾਂ ਇਹ ਤਾਂ ਵੀ ਦਰਸਤ ਹੈਗਾ ਈਜ਼ ਆਫ ਬਿਜ਼ਨਸ। ਐਂਡ ਜਿੰਨਾ ਪੈਸਾ ਇਕੱਠਾ ਹੁੰਦਾ ਹੈ ਪੈਟਰੋਲ ਤੇ ਡੀਜ਼ਲ ਤੇ, ਮੈਂ ਉਹਦੇ ਵਿੱਚੋਂ ਸਬਸਿਡੀ ਪ੍ਰੋਵਾਈਡ ਕਰੂੰਗਾ ਇੰਡਸਟਰੀਅਲਿਸਟ ਨੂੰ ਕਿ ਉਹਨਾਂ ਦੇ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਸਸਤੀ ਹੋ ਜਾਵੇ, ਲੌਜਿਸਟਿਕ ਸਸਤੇ ਹੋ ਜਾਣ। ਐਂਡ ਇਹਦੇ ਇਲਾਵਾ ਤੁਹਾਨੂੰ ਸਕੂਲਿੰਗ ਸਿਸਟਮ ਨੂੰ ਪੰਜਾਬ ਦੇ ਨੂੰ ਰਿਵਾਈਵ ਕਰਨਾ ਪੈਣਾ। ਯੈਸ ਪੰਜਾਬ ਦਾ ਹਰ ਗਵਰਨਮੈਂਟ ਸਕੂਲ, ਹਰ ਪ੍ਰਾਈਵੇਟ ਸਕੂਲ ਦੇ ਸਤਰ ਦੇ ਬਰਾਬਰ ਦੀ ਐਜੂਕੇਸ਼ਨ ਪ੍ਰੋਵਾਈਡ ਕਰਨੀ ਪੈਣੀ ਹੈ। ਇਹ ਬਹੁਤ ਈਜ਼ੀ ਹੈ, ਡਿਫਿਕਲਟ ਨਹੀਂ, ਪਰ ਵਿਲ ਨਹੀਂ ਹੈ। ਐਂਡ ਜਿੰਨੇ ਹਸਪਤਾਲ ਹੈ ਉਹ ਸਾਰੇ ਵਾਈਬ੍ਰੈਂਟ ਹਸਪੀਟਲਸ ਬਣਾਉਣੇ ਪੈਣੇ। ਵਾਈਬ੍ਰੈਂਟ ਦੋਨੇ ਜਗ੍ਹਾ ਤੇ ਸਕੂਲ ਐਂਡ ਹਸਪੀਟਲ ਅਫੋਰਡੇਬਲ ਫੈਸਿਲਿਟੀਜ਼ ਮਿਲਣ। ਆ ਫ੍ਰੀ ਫਰੂ ਵਾਲੀ ਲੜ ਤਾਂ ਬੰਦ ਹੋਣੀਆਂ ਚਾਹੀਦੀਆਂ। ਜੇ ਤੁਸੀਂ ਸਹੀ ਮੈਨੇ ਚ ਲੋਕਾਂ ਦਾ ਭਲਾ ਕਰਨਾ ਚਾਹੀਦਾ, ਅਫੋਰਡੇਬਲ ਐਜੂਕੇਸ਼ਨ ਹੋਣੀ ਚਾਹੀਦੀ ਹੈ। ਇੱਕ ਗਰੀਬ ਦਾ ਬੱਚਾ MBBS ਕਰਨਾ ਚਾਹਵੇ ਉਹ ਆਪਣੀ ਜੇਬ ਵਿੱਚੋਂ MBBS ਕਰ ਸਕੇ, ਇੰਜੀਨੀਅਰਿੰਗ ਕਰ ਸਕੇ। ਅੱਜ ਕੌਣ ਕਰੂਗਾ? ਕੋਈ ਵੀ ਨਹੀਂ ਕਰ ਸਕਦਾ। ਕੋਈ ਨਹੀਂ ਕਰ ਸਕਦਾ, ਅਮੀਰ ਸਿਰਫ ਕਰ ਸਕਦਾ। ਕੌਣ ਹਾਇਰ ਐਜੂਕੇਸ਼ਨ ਕਰੂਗਾ? ਕਿਹੜਾ ਬੰਦਾ 50 ਲੱਖ 60 ਲੱਖ 1 ਕਰੋੜ ਖਰਚ ਸਕਦਾ MBBS ਕਰਨ ਲਈ? ਇੰਜੀਨੀਅਰਿੰਗ ਲਈ 30-35 ਲੱਖ ਖਰਚ ਸਕਦਾ, 40-50 ਲੱਖ BDS ਲਈ ਖਰਚ ਸਕਦਾ। ਕੌਣ? ਗਰੀਬ ਮਾਰ ਹੀ ਦੇਣੇ, ਗਰੀਬਾਂ ਨੂੰ ਉੱਠਣ ਜੋਗਾ ਛੱਡਣੇ ਹੀ ਨਹੀਂ। ਇਹ ਸਟੇਟ ਦੀ ਜ਼ਿੰਮੇਵਾਰੀ ਹੈ, ਅਸੀਂ ਇਹ ਪੈਦਾ ਕਰਨੇ ਪੈਣਗੇ। ਇਹ ਬੇਸਿਕ ਸਟੈਪਸ ਹੈ। ਐਂਡ ਕਰਪਸ਼ਨ ਮੁਕਤ ਬਣਾਉਣਾ ਪਊਗਾ। ਸਿਰਫ ਤੇ ਸਿਰਫ ਰੂਲਸ ਐਂਡ ਪ੍ਰੋਸੀਜਰ ਚੇਂਜ ਕਰਨੇ ਆ। ਕਰਪਸ਼ਨ ਮੁਕਤ ਪੰਜਾਬ ਬਣਾਉਣਾ ਕੋਈ ਡਿਫਿਕਲਟ ਨਹੀਂ ਹੈ। 1 ਮਹੀਨੇ ਦਾ ਰੌਲਾ ਹੈ। 1 ਮਹੀਨੇ ਚ ਪ੍ਰੋਸੀਜਰ ਐਂਡ ਰੂਲਸ ਬਣਾ ਕੇ ਸੈੱਟ ਕਰ ਦੋ, ਕਰਪਸ਼ਨ ਹੋ ਹੀ ਨਹੀਂ ਸਕਦੀ। ਤੁਹਾਨੂੰ ਚੈਕਸ ਐਂਡ ਬੈਲੈਂਸਸ ਇੰਨੇ ਸਟਰੋਂਗ ਕਰਨੇ ਪੈਣੇ ਕਿ ਕੋਈ ਕਰਪਸ਼ਨ ਹੀ ਨਾ ਕਰ ਸਕੇ। ਇਹ ਸੇਮ ਬਿਊਰੋਕ੍ਰੇਸੀ ਹੈ ਜਿਹੜੀ, ਇਹਨੂੰ ਇੰਨੀ ਸਟਰੋਂਗ ਬਣਾਉਣਾ ਪਊਗਾ ਕਿ ਡੋਰ ਸਟੈਪ ਤੱਕ ਜਾਣ ਲੋਕਾਂ ਦੇ ਜਸਟਿਸ ਦੇ। ਕੋਈ ਪੁਲਿਸ ਵਾਲਾ ਸੋਚ ਨਾ ਸਕੇ ਕਿ ਮੈਂ ਇੰਜਸਟਿਸ ਕਰੂੰ। ਜਿਹੜਾ ਇੰਜਸਟਿਸ ਕਰੇ ਉਹਨੂੰ ਖੋਹ ਬਣਾ ਕੇ ਟੰਗ ਦਿਓ, ਪਤਾ ਲੱਗ ਜਾਏ। ਬਿਲਕੁਲ। ਸਟੇਟ ਸਰਵੀਲੈਂਸ ਹੈ ਕਿੱਥੇ? ਤੁਸੀਂ ਕਿਸੇ ਗਵਰਨਮੈਂਟ ਸਰਵੈਂਟ ਦਾ ਕਦੇ ਐਸੈਟਸ ਚੈੱਕ ਕੀਤੇ ਗਏ? ਕਿਸੇ ਨੇ ਫੜਿਆ ਗਵਰਨਮੈਂਟ ਸਰਵੈਂਟ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਛੋਟੇ ਛੋਟੇ ਅਫਸਰਾਂ ਦੇ, ਕਲਰਕਾਂ ਦੇ ਬਹੁਤ ਜ਼ਿਆਦਾ, ਹੋਰ ਤਾਂ ਛੱਡੋ ਤੁਸੀਂ ਕਲਰਕਾਂ ਕਰੋੜਾਂ ਦੇ ਐਸੈਟਸ ਬਣਾਈ ਬੈਠੇ, ਕਿੱਥੋਂ ਬਣ ਗਏ? ਕੋਈ ਟੱਚ ਹੀ ਨਹੀਂ ਕਰਦਾ ਇਹਨਾਂ ਨੂੰ। ਮੈਂ ਤਾਂ ਹੈਰਾਨ ਹੈ ਕਿ ਇਹਨਾਂ ਨੂੰ ਲੈਟ ਲੂਜ਼ ਕੀਤਾ ਹੋਇਆ। ਦਿਸ ਇਜ਼ ਅ ਕੰਟਰੈਕਟ ਬਿਟਵੀਨ ਦੀ ਰੂਲਿੰਗ ਕਲਾਸ ਐਂਡ ਦੀ ਬਿਊਰੋਕ੍ਰੇਸੀ ਟੂ ਮਿੰਟ ਮਨੀ ਐਂਡ ਲੂਟ ਪੀਪਲ। ਹਾਂਜੀ ਹਾਂਜੀ ਹਾਂਜੀ। ਸੋ ਇੱਕ ਦੋ ਗੱਲਾਂ ਇਹਦੇ ਨਾਲ ਰਿਲੇਟਡ, ਪੰਜਾਬ ਦਾ ਸੀਨ ਤਾਂ ਤੁਸੀਂ ਬਹੁਤ ਵਧੀਆ ਕੀਤਾ ਹੈਗਾ। ਥੋੜਾ ਜਿਹਾ 2-3 ਮਿੰਟ ਅਸੀਂ ਨੈਸ਼ਨਲ ਸੀਨ ਕਰਨਾ। ਬਿਹਾਰ ਦੀ ਇਲੈਕਸ਼ਨ ਤੋਂ ਜਿਵੇਂ ਲੋਕੀ ਉਮੀਦ ਕਰਦੇ ਸੀ ਉਹ ਯਾਦਵ, ਤੇਜਸਵੀ ਯਾਦਵ ਆ ਜਾਏਗਾ। ਖੈਰ ਇਹ ਜਿਹੜੀ ਹੈਗੀ NDA ਗੌਰਮੈਂਟ ਦੀ ਜਿੱਤ ਹੋਈ, ਨਿਤਿਸ਼ ਕੁਮਾਰ CM ਬਣ ਗਏ। ਉਹ ਮੋਦੀ ਸਾਹਿਬ ਦੀ ਇਹਦੇ ਵਿੱਚ ਜਲਵਾ ਅਜੇ ਤਾਈਂ ਬਰਕਰਾਰ ਆ ਕਿ ਜਾਂ ਮੋਦੀ ਸਾਹਿਬ ਦਾ ਜਲਵਾ ਅੱਗੇ ਨਾਲੋਂ ਘਟ ਗਿਆ ਹੈਗਾ? ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਕਈ ਫੈਕਟਰਸ ਹੈ ਇਹਦੇ ਵਿੱਚ। ਇੱਕ ਹੈਗਾ ਅੱਤ ਤੇ ਖੁਦਾ ਦਾ ਵੈਰ ਹੁੰਦਾ। ਲਾਲੂ ਜੀ ਦੀ ਅੱਤ ਜਿਹੜੀ ਚੱਕੀ ਸੀ 15 ਸਾਲ ਦੇ ਵਿੱਚ, ਹਾਂਜੀ, ਉਹ ਹਲੇ ਵੀ ਲੋਕੀ ਭੁੱਲੇ। ਉਹਨਾਂ ਨੂੰ ਫੇਰ ਯਾਦ ਕਰਾ ਦਿੱਤੀ ਪੋਲੀਟੀਕਲ ਲੀਡਰਸ ਨੇ, ਮੋਦੀ ਸਾਹਿਬ ਨੇ ਵੀ ਯਾਦ ਕਰਾਈ। ਨੰਬਰ 1। ਨੰਬਰ 2, ਐਂਟੀ ਇਨਕੰਬੈਂਸੀ ਬਹੁਤ ਹੈਵੀ ਸੀ, ਇਕਨੋਮਿਕ ਮੈਲਟਡਾਊਨ ਐਂਡ ਕਰੋਨਾ ਦੀ। ਉਹ ਬੜੀ ਸਮਾਰਟਲੀ ਐਂਟੀ ਇਨਕੰਬੈਂਸੀ ਦਾ ਜਿਹੜਾ ਠੀਕਰ ਹੈ ਉਹ
ਨਿਤਿਸ਼ ਦੇ ਸਿਰ ਤੇ ਪਿਆ, ਬੀਜੇਪੀ ਦੇ ਸਿਰ ਤੇ ਨਹੀਂ। ਹਾਂ, ਬੀਜੇਪੀ ਦੇ ਸਿਰ ਤੇ ਨਹੀਂ ਪਿਆ। ਉਹਦੇ ਵੀ ਰੀਜ਼ਨ ਹੈ, ਉਹਦੇ ਵੀ ਰੀਜ਼ਨ ਹੈ। ਜਿਹੜੀ ਬਿਹਾਰ ਦਾ ਰੀਜਨ ਹੈ ਨਾ, ਅਪਰ ਰੀਜਨ, ਨਦਰਨ ਰੀਜਨ, ਤਿੰਨ ਹੈ ਉਹਦੇ ਵਿੱਚ, ਇਹਨਾਂ ਦੇ ਰੀਜਨ, ਉਹ ਤਿੰਨਾਂ ਦੇ ਵਿੱਚ ਲੈਂਡਸਲਾਈਡ ਵਿਕਟਰੀ ਬੀਜੇਪੀ ਨੇ ਕੀਤੀ ਹੈ। ਉਹਦੇ ਵਿੱਚ ਨੰਬਰ 1 ਘਰ ਸ਼ੌਚਾਲਿਆ, ਨੰਬਰ 2 2 ਲੱਖ ਦੇ ਕੇ ਪੱਕੇ ਮਕਾਨ, ਨੰਬਰ 3 ਜਿਹੜਾ ਇਹਨਾਂ ਦਾ ਲੋਨ ਫੈਸਿਲਿਟੀ ਫॉर ਪੂਅਰਸ, ਨੰਬਰ 4 ਗੈਸ ਸਿਲੰਡਰਸ ਟੂ ਐਵਰੀ ਪੂਅਰ, ਨੰਬਰ 5 ਇਹਨਾਂ ਨੇ ਉਹਨਾਂ ਸਾਰਿਆਂ ਦੇ ਵਿੱਚ ਪੈਨੀਟ੍ਰੇਟ ਕਰਕੇ ਇਹ ਸਕੀਮਸ ਗਵਰਨਮੈਂਟ ਦੀਆਂ ਇੰਪਲੀਮੈਂਟ ਕਰਾਈ। ਦੇ ਮੇਡ ਇਟ ਸ਼ੋਰ ਕਿ ਇਹ ਸਕੀਮਸ ਇੰਪਲੀਮੈਂਟ ਹੋਣ। ਇਹ ਜਨ ਧਨ ਸਕੀਮਸ, ਇਹ ਸਾਰੀਆਂ ਸਕੀਮਸ ਦਾ ਰਲ ਕੇ ਇੰਪੈਕਟ ਇੰਨਾ ਹੋਇਆ ਹੈ ਕਿ ਜਿਹੜੀ ਕਾਸਟ ਫੈਕਟਰ ਹੈ ਬਿਹਾਰ 'ਚ ਬਹੁਤ ਸਟਰੋਂਗ ਹੈ, ਵੋਟ ਉਹਦੇ ਨਾਲ ਹੀ ਪਈ ਹੈ। ਹਾਂਜੀ, ਲੇਡੀਜ਼ ਤੇ ਕਾਸਟ ਫੈਕਟਰ ਨਹੀਂ ਰਿਹਾ। ਲੇਡੀਜ਼ ਨੇ ਫ੍ਰੀਲੀ ਮੋਦੀ ਨੂੰ ਵੋਟਾਂ ਪਾਈਆਂ, ਬੀਜੇਪੀ ਨੂੰ ਵੋਟਾਂ ਪਾਈਆਂ, ਉਹਨਾਂ ਦੇ ਕੀਤੇ ਕੰਮਾਂ ਨੂੰ ਵੋਟਾਂ ਪਾਈਆਂ। ਯੈਸ, ਇਹ ਉਹ ਏਰੀਆ ਹੈ, ਨਾਲੇ ਕਮਾਲ ਦੀ ਗੱਲ ਹੈ ਜੀ, ਇਹ ਉਹ ਏਰੀਆ ਹੈ ਜਿਹਦੇ ਵਿੱਚ ਐਂਟੀ ਇਨਕੰਬੈਂਸੀ ਫਲੱਡ ਦੀ ਹੈ। ਲਗਾਤਾਰ 2-3 ਸਾਲ ਦੇ ਜਿਹੜੇ ਫਲੱਡਸ ਹੈ, ਜਿਹੜਾ ਕੋਸੀ ਦੇ ਨਾਲ ਦਾ ਏਰੀਆ ਹੈ, ਜਿਹੜਾ ਉੱਪਰੋਂ ਨੇਪਾਲ ਦੇ ਨਾਲ ਲੱਗਦਾ ਹੈ, ਕੋਸੀ ਆਉਂਦੀ ਹੈ, ਹੈਵਕ ਕ੍ਰੀਏਟ ਕਰਦੀ ਹੈ। ਇਹ ਸਾਰੇ ਦੇ ਵਿੱਚ ਮੈਜੋਰਿਟੀ ਸੀਟਾਂ ਜਿੱਤ ਕੇ ਗਈ ਹੈ ਬੀਜੇਪੀ। ਇਹ ਲੋਕੀ ਰਿਅਲਾਈਜ਼ ਨਹੀਂ ਕਰਦੇ। ਤੁਸੀਂ ਕ੍ਰਿਟਿਸਾਈਜ਼ ਤਾਂ ਬਹੁਤ ਕਰਦੇ ਹੋ, ਪਰ ਗਰਾਊਂਡ ਤੇ ਇੰਪਲੀਮੈਂਟ ਕਰਨ ਦਾ ਜਿਹੜਾ ਮਿਸਟਰ ਮੋਦੀ ਦੀ ਗਵਰਨਮੈਂਟ ਦਾ ਡਿਟਰਮੀਨੇਸ਼ਨ ਹੈ, ਉਹਨੇ ਵੋਟਾਂ। ਸੋ ਇਟ ਮੀਨਸ ਇਹਨੂੰ ਮੋਦੀ ਮੈਜਿਕ ਕਹਿ ਲਓ, ਇਹਨੂੰ ਸੈਂਟਰਲ ਗਵਰਨਮੈਂਟ ਮੈਜਿਕ ਕਹਿ ਲਓ, ਗਵਰਨਮੈਂਟ ਦੀਆਂ ਸਕੀਮਸ ਰੀਚ ਆਊਟ ਕੀਤੀਆਂ। ਈਵਨ ਮਨਰੇਗਾ ਇਹਨਾਂ ਨੇ ਇੰਨੀ ਇੰਪਲੀਮੈਂਟ ਕੀਤੀ। ਫਿਰ ਇੱਕ ਹੋਰ ਫੈਕਟਰ ਹੈ ਜਿਹੜਾ ਪ੍ਰਵਾਸੀਆਂ ਨੂੰ ਇਹਨਾਂ ਨੇ ਫੈਸਿਲਿਟੀ ਦੇਣ ਲਈ, ਐਮਪਲੋਇਮੈਂਟ ਦੇਣ ਲਈ ਉਹਨਾਂ ਨੂੰ ਮਦਦ ਕੀਤੀ, ਕੈਸ਼ ਪੇਮੈਂਟਸ ਦਿੱਤੀਆਂ। ਸੋ ਇਹਦਾ ਕਲੈਕਟਿਵ ਅਸਰ ਹੈ। ਪੀਪਲਸ ਮੈਂਡੇਟ ਹੈ, ਇਹਨੂੰ ਰਿਸਪੈਕਟ ਕਰਨਾ ਚਾਹੀਦਾ ਹੈ। ਲਰਨ ਟੂ ਡਿਲੀਵਰ। ਇਸ ਗਵਰਨਮੈਂਟ ਤੋਂ ਲਰਨ ਕਰੋ ਕਿ ਡਿਲੀਵਰ ਕਰੋਗੇ ਤਾਂ ਮਿਲੂਗੀ। ਐਂਡ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ, ਨਿਤਿਸ਼ ਤੋਂ ਟੌਲ ਲੀਡਰ ਬਿਹਾਰ 'ਚ ਹੈ। ਨਿਤਿਸ਼ ਅਨਬਲੇਮਿਸ਼ਡ, ਉਹਦੇ ਤੇ ਕੋਈ ਬਲੌਟ ਨਹੀਂ ਹੈ ਕਿਸੇ ਕਿਸਮ ਦਾ, ਉਹਦੇ ਤੇ ਕੋਈ ਕਰਪਸ਼ਨ ਦਾ ਇਲਜ਼ਾਮ ਨਹੀਂ ਲਾ ਸਕਦਾ। ਠੀਕ ਹੈ, ਇਸ ਵਾਰ ਗ੍ਰਿਪ ਆਫ ਐਡਮਿਨਿਸਟ੍ਰੇਸ਼ਨ ਵੀਕ ਹੋਈ ਹੈ, ਲੋਅਰ ਸਟੇਜ ਤੇ ਕਰਪਸ਼ਨ ਘਟੀ ਹੈ, ਉਹਦਾ ਨੁਕਸਾਨ ਹੋਇਆ, ਘਟੀ ਹੈ, ਬਟ ਨਿਤਿਸ਼ ਹੈਜ਼ ਲਰਨਡ, ਹੀ ਵਿਲ ਬਾਉਂਸ ਬੈਕ। ਨਿਤਿਸ਼ ਤੋਂ ਟੌਲ ਲੀਡਰ ਬਿਹਾਰ ਕੋਲ ਹੈ ਨਹੀਂ, ਨਿਤਿਸ਼ ਦਾ ਬਦਲ ਹੈ ਨਹੀਂ। ਇਰਰਿਸਪੈਕਟਿਵ ਦਾ ਬੀਜੇਪੀ ਜ਼ਿਆਦਾ ਸੀਟਾਂ ਆਈਆਂ, they could have demanded chief ministership, but they don't have person ਜਿਹੜਾ ਚੀਫ ਮਿਨਿਸਟਰ ਨਿਭਾ ਸਕੇ। ਸੋ ਇਹ ਗੱਲਾਂ ਦੀ ਜਿੱਤ ਹੋਈ ਹੈ ਬਿਹਾਰ ਦੇ ਵਿੱਚ। ਇੱਕ ਇਹਦੇ ਵਿੱਚ ਟਾਂਡਾ ਸਾਹਿਬ ਹੋਰ ਮੈਂ ਸਵਾਲ ਪੁੱਛਣਾ, ਇਹ ਜਿਹੜੀ ਕੁਝ ਜਿਹੜਾ ਕਿਸਾਨੀ ਮੁੱਦੇ ਸੀ, ਉਹਦੇ ਨਾਲ ਵੀ ਗਵਰਨਮੈਂਟ ਦੀ ਐਂਟੀ ਇਨਕੰਬੈਂਸੀ ਹੋਈ, ਜਿਹੜੀ ਉਧਰ ਤੇਜਸਵੀ ਵੱਲ ਵੋਟਾਂ ਗਈਆਂ ਹੈਗੀਆਂ, ਸੀਟਾਂ ਗਈਆਂ ਹੈਗੀਆਂ। ਬਿਹਾਰ 'ਚ ਮੁੱਦਾ ਹੀ ਨਹੀਂ। ਅੱਛਾ ਜੀ। there is no procurement in ਬਿਹਾਰ। ਹਾਂਜੀ, ਕਿਸੇ ਕਿਸਮ ਦੀ ਉੱਥੇ ਕੋਈ ਪ੍ਰਾਈਵੇਟ ਗਵਰਨਮੈਂਟ ਮੰਡੀ ਹੋਈ ਹੈ ਨਹੀਂ। ਉਹਨਾਂ ਨੇ 6 ਸਾਲ ਪਹਿਲਾਂ ਫ੍ਰੀਜ਼ ਕੀਤੀ ਹੋਈ ਹੈ। ਹਾਂ, ਉੱਥੇ ਮੁੱਦਾ ਇੱਕ ਸ਼ਰਾਬ ਦਾ ਜ਼ਰੂਰ ਸੀਗਾ ਮੁੱਦਾ, ਉਹ ਵੀ ਲੇਡੀਜ਼ ਦੇ ਹੱਕ ਨੇ ਵੋਟਾਂ ਪਾਈਆਂ ਉਹਦੇ ਹੱਕ, ਜਿਹੜੀ ਸ਼ਰਾਬ ਬੰਦ ਕੀਤੀ ਹੈ। ਪ੍ਰੋਹਿਬਿਸ਼ਨ ਦੀ ਐਂਟੀ ਇਨਕੰਬੈਂਸੀ ਵੀ ਸੀ, ਉੱਥੇ ਮਾਫੀਆ ਆ ਗਿਆ। ਮੈਂ ਤਾਂ ਇਹਦੇ ਹੱਕ 'ਚ ਨਹੀਂ ਹੈ ਪ੍ਰੋਹਿਬਿਸ਼ਨ। ਦੇਖੋ, ਰੈਗੂਲੇਟ ਕਰਨਾ, ਤੁਸੀਂ ਦੁਕਾਨਾਂ 2 ਦਿਨ ਖੋਲਣੀਆਂ ਸ਼ੁਰੂ ਕਰ ਦਿਓ, ਰੈਗੂਲੇਟ ਕਰ ਲਓ, ਲੋਕਾਂ ਨੂੰ ਆਦਤ ਘਟਾ ਦਿਓ ਸ਼ਰਾਬ ਦੀ। ਪਰ ਜੇ ਤੁਸੀਂ ਬੰਦ ਕਰੋਗੇ ਧੱਕੇ ਦੇ ਨਾਲ, ਫਿਰ ਮਾਫੀਆ ਹੋਊਗਾ, ਇਲੀਗਲ ਡਿਸਟਿਲੇਸ਼ਨ ਸ਼ੁਰੂ ਹੋ ਜਾਂਦੀ, ਕੋਈ ਨਹੀਂ ਰੋਕ ਸਕਦਾ। ਹਾਂ, ਰੁਕਦੀ ਨਹੀਂ। ਤੁਸੀਂ ਰੈਗੂਲੇਟ ਕਰ ਸਕਦੇ ਹੋ, ਤੁਸੀਂ ਪ੍ਰੋਹਿਬਿਟ ਨਹੀਂ ਕੋਈ ਚੀਜ਼ ਕਰ ਸਕਦੇ। ਪਬਲਿਕ ਦੀਆਂ ਇਨਸਟਿੰਕਟਸ ਦੇ ਹੈਬਿਟਸ ਦੇ ਅਗੇਂਸਟ ਨਹੀਂ ਕਰ ਸਕਦੇ। ਹਿੰਦੁਸਤਾਨ ਨੇ ਸ਼ਿਕਾਰ ਬੰਦ ਕੀਤਾ, ਸ਼ਿਕਾਰ ਬੰਦ ਹੋ ਗਿਆ, ਸਭ ਟ੍ਰਾਈਬਲਸ ਖੇਤ, ਕੋਈ ਨਹੀਂ ਰੁਕ ਸਕਦਾ। ਤੁਸੀਂ ਹੈਬਿਟ ਦੇ ਅਗੇਂਸਟ ਕੁਝ ਨਹੀਂ ਕਰਦੇ। ਲੱਖ ਕਹਿ ਲਓ, ਲੋਕਾਂ ਨੇ ਦਰਿਆਵਾਂ ਦੇ ਵਿੱਚ ਮੂਰਤੀਆਂ ਕਰਨੀਆਂ ਨਹੀਂ, ਕਰਨਗੇ। ਚੰਡੀਗੜ੍ਹ ਵਾਲਿਆਂ ਨੇ ਇੱਕ ਲੇਕ ਤੱਕ ਬਣਾਤੀ, ਤਾਂ ਸਭ ਜਗ੍ਹਾ ਗੰਦ ਪੈਣਾ ਬੰਦ ਹੋ ਗਿਆ, ਉੱਥੇ ਕਲੀਅਰ ਹੋ ਜਾਂਦਾ ਹੈ। ਤੁਸੀਂ ਰੈਗੂਲੇਟ ਕਰੋ, ਰੈਗੂਲੇਸ਼ਨ ਦੇ ਨਾਲ ਤੁਸੀਂ ਇੰਪਰੂਵ ਕਰ ਸਕਦੇ ਹੋ, ਹੌਲੀ ਹੌਲੀ ਸਲੋਲੀ ਹੈਬਿਟ ਲੋਕਾਂ ਦੀ ਚੇਂਜ ਕਰ ਸਕਦੇ ਹੋ। ਇੱਕ ਲਾਸਟ ਸਵਾਲ ਹੈ ਟਾਂਡਾ ਸਾਹਿਬ, ਜਿਹੜੀ GDP ਆ ਮਾਈਨਸ, ਇਸ ਵੇਲੇ ਗਰੋਥ ਰੇਟ -29 ਹੈਗਾ, ਇਹ ਇੱਕ IMF ਨੇ ਵੀ ਵਾਰਨ ਕੀਤਾ ਹੈਗਾ। ਈਵਨ ਬੰਗਲਾਦੇਸ਼ 2040 ਵਿੱਚ ਡਿਵੈਲਪਡ ਨੇਸ਼ਨ ਬਣ ਜਾਂਦਾ ਹੈਗਾ, ਅਸੀਂ ਤਾਂ ਥੱਲੇ ਦੇ ਥੱਲੇ ਜਾ ਰਹੇ ਹੈਗੇ ਆ। ਇਹ ਇੱਕ ਬਹੁਤ ਸੀਰੀਅਸ ਮੁੱਦਾ। ਛੋਟਾ ਜਿਹਾ ਕੰਟਰੀ ਆ ਸਾਡਾ, ਐਡਾ ਵੱਡਾ ਹਿਊਜ ਕੰਟਰੀ, ਇਹ ਸਾਡੀ ਜਿਹੜੀ ਨੈਟ ਗਰੋਥ ਕਿਉਂ ਨਹੀਂ ਵੱਧ ਰਹੀ? ਕੀ ਕਮੀਆਂ ਹੈਗੀਆਂ? ਕੀ ਕੁਛ
ਮੋਦੀ ਸਾਹਿਬ ਨੂੰ ਜਾਂ ਸਟੇਟਾਂ ਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈਗੀ ਹੈ? ਦੇਖੋ, ਗਵਰਨਮੈਂਟ ਆਫ ਇੰਡੀਆ ਨੇ ਕਈ ਰਿਫਾਰਮਸ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਹਾਂਜੀ ਉਹਦੇ ਤੇ ਐਪਰੀਸ਼ੀਏਟ ਵੀ ਕਰਨਾ ਪਊਗਾ। ਲੇਬਰ ਰਿਫਾਰਮਸ ਆਏ ਹੈ, ਪਰ ਠੀਕ ਹੈ। ਹਾਂਜੀ 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 ਲੇਬਰ ਰਿਫਾਰਮਸ ਨੂੰ ਕਈ ਅਪੋਜ਼ ਕਰਦੇ ਆ, ਬਟ ਹਾਂਜੀ ਜੇ ਤੁਸੀਂ ਫੋਰਨ ਇਨਵੈਸਟਮੈਂਟ ਲੈਣੀ ਹੈ ਤਾਂ ਤੁਹਾਨੂੰ ਇਹ ਰਿਫਾਰਮਸ ਕਰਨੇ ਪੈਣੇ। ਜੇ ਦੇਖੋ, ਨਾਈਟ ਓਵਰ ਇੰਡੀਆ ਆਪਣਾ ਇਕਨੋਮਿਕ ਪਾਲਿਸੀ ਚੇਂਜ ਨਹੀਂ ਕਰ ਸਕਦਾ ਕਿ ਅਸੀਂ ਕੈਪੀਟਲਿਜ਼ਮ ਤੋਂ ਪਰੇ ਚਲੇ ਜਾਈਏ। ਇਹ ਸਾਡੀ ਇਕਨੋਮੀ ਸਾਰੀ ਕੈਪੀਟਲਿਸਟ ਸੋਸਾਇਟੀ ਇਕਨੋਮੀ ਹੈ, ਚਾਹੇ ਕਾਂਗਰਸ ਨਰਸਿਮਹਾ ਰਾਓ ਜੀ ਤੋਂ ਸ਼ੁਰੂ ਹੋਈ ਹੈ, ਇੰਦਰਾ ਗਾਂਧੀ ਜੀ ਤੱਕ ਸੋਸ਼ਲਿਸਟਿਕ ਰਹੀ ਹੈ, ਉਹਦੇ ਬਾਅਦ ਬਦਲ ਆ ਗਿਆ। ਹੁਣ ਇਹਦੇ ਵਿੱਚ ਤੁਹਾਨੂੰ ਰਿਫਾਰਮਸ ਕਰਨੇ ਪੈਣਗੇ, ਫ੍ਰੀ ਟ੍ਰੇਡ ਕਰਨੀ ਪਊਗੀ, ਤੁਹਾਨੂੰ ਫੋਰਨ ਬਾਇਰਸ ਨੂੰ ਆਉਣ ਲਈ ਸਕਿਲਡ ਲੇਬਰ ਵੀ ਦੇਣੀ, ਇਨਵਾਈਟ ਕਰਨਾ ਪਏਗਾ। ਇੱਥੇ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ। ਬੜੀ ਏਰੀਆ ਆਫ ਕੰਸਰਨ ਹੈ ਕਿ ਸਾਡੀ GDP ਡਾਊਨ ਗਈ ਹੈ, ਪਰ GDP ਬਾਉਂਸ ਬੈਕ ਕਰੂਗੀ। ਇੰਡੀਆ ਐਡੀ ਵਾਈਬਰੈਂਟ ਇਕਨੋਮੀ ਹੈ, ਇਹ ਨੀਚੇ ਰਹਿ ਨਹੀਂ ਸਕਦੀ। ਮੇਰਾ ਖਿਆਲ ਹੈ ਕਿ ਅਸੀਂ 6 ਮਹੀਨੇ ਦੇ ਵਿੱਚ ਵੈਰੀ ਕਲੀਅਰ ਇੰਡੀਕੇਸ਼ਨਸ ਆਉਣ ਲੱਗ ਜਾਣਗੀਆਂ ਇਕਨੋਮੀ ਰਿਵਾਈਵਲ ਦੀਆਂ, ਤੇ 6 ਮਹੀਨੇ ਦੇ ਬਾਅਦ ਸਾਲ 2 ਸਾਲ ਲੱਗਣਗੇ ਫੁੱਲ ਨਾਰਮਲ ਥਰੋਟਲ ਦੇ ਵਿੱਚ ਆਉਣ ਲਈ, ਕਿਉਂਕਿ ਬਹੁਤ ਵੱਡਾ ਇੰਪੈਕਟ ਕਰੋਨਾ ਦਾ ਸਾਡੇ ਤੇ ਹੋਇਆ। ਸਾਡੇ ਲੋਕਡਾਊਨਸ ਨੇ ਬਹੁਤ ਜ਼ਿਆਦਾ ਅਸਰ ਕੀਤਾ, ਪਰ ਉਹਦੇ ਬਿਨਾਂ ਸਾਡਾ ਗੁਜ਼ਾਰਾ ਵੀ ਨਹੀਂ ਸੀ। ਅਸੀਂ ਜਿਹੜਾ ਅੱਜ ਬਚੇ ਹੋਏ ਹਾਂ, ਲੋਕਡਾਊਨ ਕਰਕੇ ਹੀ ਬਚੇ ਹੋਏ ਹਾਂ। ਇੰਪੈਕਟ ਜਿਹੜਾ ਅਸੀਂ ਕੀਤਾ, ਅਮਰੀਕਾ 'ਚ ਕਿੰਨਾ ਸਰਜ ਆਇਆ, ਪੂਰੇ ਯੂਰਪ 'ਚ ਸਰਜ ਆਉਣਾ ਸ਼ੁਰੂ ਹੋ ਗਿਆ, ਸਾਡੇ 'ਚ ਸਰਜ ਆ ਕੇ ਅਸੀਂ ਰੋਕ ਨਹੀਂ ਸਕਾਂਗੇ। ਸਾਡੇ ਬਸ 'ਚ ਨਹੀਂ ਹੈ, ਸਾਡੇ ਕੋਲ ਇਨਫਰਾਸਟ੍ਰਕਚਰ ਸਿਸਟਮਸ ਨਹੀਂ ਹੈ। ਚਲੋ, ਲਾਸਟ ਵਿੱਚ ਪੰਜਾਬ ਤੋਂ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ। ਇਹ ਪੰਜਾਬ ਵਿੱਚ ਲਾਅ ਐਂਡ ਆਰਡਰ ਸਥਿਤ ਹੋ ਜਾਵੇ, ਲੋਕਾਂ ਦਾ ਵਿਸ਼ਵਾਸ ਹੋਵੇ, ਲੋਕੀ ਪੰਜਾਬ ਵਿੱਚ ਵੀ ਡਟ ਕੇ ਕੰਮਕਾਰ ਕਰਨ। ਇੱਕ ਏਦਾਂ ਦਾ ਸਰਕਾਰਾਂ ਨੂੰ ਵੀ ਕੋਈ ਸੁਨੇਹਾ ਦਿਓ, ਲੋਕਾਂ ਨੂੰ ਵੀ, ਪੰਜਾਬ ਦੇ ਲੋਕਾਂ ਨੂੰ ਵੀ। ਦੇਖੋ, ਪੰਜਾਬ ਨੀਡਸ ਬੈਟਰ ਗਵਰਨਮੈਂਟ ਐਂਡ ਬੈਟਰ ਐਡਮਿਨਿਸਟ੍ਰੇਸ਼ਨ। ਹਾਂਜੀ, ਇਰਰਿਸਪੈਕਟਿਵ ਕਿਹੜੀ ਸਰਕਾਰ ਹੈ, ਨਹੀਂ ਹੈ, ਕਾਂਗਰਸ ਦੀ ਸਰਕਾਰ ਹੈ ਤਾਂ ਕਿਉਂਕਿ ਸਾਡੀ ਸਰਕਾਰ ਹੈ। ਅਸੀਂ ਸਰਕਾਰ ਦੀ ਤਾਂ ਗੱਲ ਨਹੀਂ ਕਰਦੇ, ਪੰਜਾਬ ਦੀ ਗੱਲ ਕਰਦੇ ਆਪਾਂ। ਅਸੀਂ ਸਰਕਾਰ ਤੋਂ ਸਾਡੀ ਮੰਗ ਹੋਣੀ ਚਾਹੀਦੀ ਹੈ ਕਿ ਸਾਨੂੰ ਸਾਡੇ ਹਾਂਜੀ 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 ਸਾਡੇ ਬੰਦੇ ਹੱਕ ਹੈ ਅਨਇੰਟਰਪਟਡ ਸਾਨੂੰ ਮਿਲਣੇ ਚਾਹੀਦੇ ਹੈ, ਵਿਦਆਊਟ ਬੋਟਲ ਟੈਕਸ ਮਿਲਣੇ ਚਾਹੀਦੇ ਹੈ। ਸਾਨੂੰ ਸਾਡਾ ਇਨਸਾਫ ਨਿਰੰਤਰ ਮਿਲਣਾ ਚਾਹੀਦਾ ਹੈ। ਕਰਪਸ਼ਨ ਐਡਮਿਨਿਸਟ੍ਰੇਸ਼ਨ 'ਚ ਘੱਟ ਹੋਣੀ ਚਾਹੀਦੀ ਹੈ। ਐਂਡ ਇਸ ਗਵਰਨਮੈਂਟ ਨੂੰ, ਕੈਪਟਨ ਸਾਹਿਬ ਨੂੰ, ਜੇ ਉਹਨਾਂ ਨੇ ਆਪ ਸਰਵਾਈਵ ਕਰਨਾ ਹੈ ਨੈਕਸਟ ਹਸਟਿੰਗਸ ਲਈ, ਉਹਨਾਂ ਨੂੰ ਆਪਣੇ ਕੁਲੀਗਸ ਦੇ ਉੱਤੇ ਬਹੁਤ ਵਧੀਆ ਚੈੱਕ ਕਰਨਾ ਪਊਗਾ। ਐਂਡ ਜਿਹੜੇ ਮਹਾ ਕਰਪਟ ਉਹਨਾਂ ਨੂੰ ਬਦਲਣਾ ਪਊਗਾ। ਪਤਾ ਸਾਰਿਆਂ ਨੂੰ, ਮੈਂ ਨਾਮ ਲਵਾਂ ਜਾਂ ਨਾ, ਕੋਈ ਫਰਕ ਨਹੀਂ ਪੈਂਦਾ, ਸਭ ਨੂੰ ਪਤਾ ਮਹਾ ਕਰਪਟ ਕੌਣ ਹੈ। ਐਂਡ ਮਿੰਟ ਕੀਤਾ ਪੈਸਾ, ਇੰਨਾ ਪੈਸਾ ਮਿੰਟ ਕੀਤਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਐਂਡ ਉਹਦੇ ਤੇ ਅਨਫੋਰਚੂਨੇਟਲੀ ਗ੍ਰਿਪ ਨਹੀਂ ਹੈ ਸਰਕਾਰ ਦੀ, ਮੁੱਖ ਮੰਤਰੀ ਜੀ ਦੀ ਗ੍ਰਿਪ ਨਹੀਂ। ਐਂਡ ਉਹ ਗ੍ਰਿਪ ਮੁੱਖ ਮੰਤਰੀ ਜੀ ਨੂੰ ਲਿਆਣੀ ਪਊਗੀ। ਹੀ ਇਜ਼ ਆਨਸਰੇਬਲ। ਉਹਨਾਂ ਨੂੰ ਹਸਟਿੰਗਸ ਜਾਣਾ ਹੈ, ਲੋਕਾਂ ਨੂੰ ਜਵਾਬ ਦੇਣਾ ਪਊਗਾ, ਉਹਨਾਂ ਨੂੰ ਸੋਚਣਾ ਚਾਹੀਦਾ ਤੇ ਬੜੀ ਕਲੀਅਰਲੀ। ਚਲੋ ਟਾਂਡਾ ਸਾਹਿਬ, ਤੁਸੀਂ ਬਹੁਤ ਵਧੀਆ, ਤੁਸੀਂ ਜਿਹੜੀਆਂ ਹੈਗੀਆਂ ਲੌਜੀਕਲ ਗੱਲਾਂ ਕੀਤੀਆਂ ਹੈਗੀਆਂ, ਵਿਦਆਊਟ ਐਨੀ ਬਾਇਸ, ਰੈਸ਼ਨਲ ਗੱਲਾਂ ਕੀਤੀਆਂ। ਮੈਨੂੰ ਉਮੀਦ ਆ ਜਿਹੜੇ ਵੀ ਸਾਡਾ ਪ੍ਰੋਗਰਾਮ ਇਹ ਦੇਖਣਗੇ, ਸੁਣਨਗੇ, ਇਹਨੂੰ ਐਪਰੀਸ਼ੀਏਟ ਕਰਨਗੇ। ਅਗਾਂਹ ਵੀ ਅਸੀਂ ਕਦੀ ਕਦੀ ਤੁਹਾਡੇ ਨਾਲ ਆਨਲਾਈਨ ਇਕੱਠੇ ਹੋਇਆ ਕਰਾਂਗੇ। ਤੁਸੀਂ ਸਾਡੇ ਨਾਲ ਬਹੁਤ ਵਧੀਆ ਜਾਣਕਾਰੀ ਸ਼ੇਅਰ ਕੀਤੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਸਰ। ਜੈ ਹਿੰਦ। ਥੈਂਕ ਯੂ, ਜੈ ਹਿੰਦ।